ਚੈਨਲ ਪੰਜਾਬੀ ਤੇ ਗਲੋਬਲ ਪੰਜਾਬ ਵੇਖਦੇ ਵਿਊਅਰਸ ਦਾ ਸਵਾਗਤ ਹੈ ਅੱਜ ਦੇ ਮਾਰਨਿੰਗ ਸ਼ੋਅ ਦੇ ਵਿੱਚ। ਮੈਂ ਹਾਂ ਤੁਹਾਡੀ ਆਪਣੀ ਸੁਖੀ ਐਂਡ ਅੱਜ ਤੁਹਾਡੇ ਵਾਸਤੇ ਜਿਹੜੇ ਹਮੇਸ਼ਾ ਦੀ ਤਰ੍ਹਾਂ ਨਵੀਆਂ ਹੈਡਲਾਈਨਸ ਲੈ ਕੇ ਆ ਰਹੇ ਹਾਂ, ਜਿਹੜੇ ਕਿ ਆਲ ਓਵਰ ਦ ਵਰਲਡ, ਕੈਨੇਡਾ ਦੇ ਖਾਸ ਕਰਕੇ। ਪਰ ਉਸ ਤੋਂ ਪਹਿਲਾਂ ਇੱਕ ਗੈਸਟ ਸਾਡੇ ਨਾਲ ਜੁੜਨ ਜਾ ਰਹੇ ਹਾਂ, ਇੱਕ ਪ੍ਰਸਿੱਧ ਹਸਤੀ ਜੋ ਕਿ ਸਰੀ ਨਿਵਾਸੀ ਹਨ, ਜਾਜ਼ ਗਿੱਲ। ਸੋ ਜਿੱਦਾਂ ਤੁਸੀਂ ਜਾਣਦੇ ਆ ਕਿ ਮਾਰਚ ਦੇ ਵਿੱਚ ਸਾਡੀ ਪ੍ਰੀਮੀਅਰ ਨੇ ਇੱਕ ਅਨਾਊਂਸਮੈਂਟ ਕੀਤੀ ਸੀ ਜਦੋਂ ਕੋਵਿਡ ਰਿਲੇਟਡ ਅਨਾਊਂਸਮੈਂਟਸ ਹੋਏ ਸੀ ਵੀ ਜਿੱਥੇ ਜਿੱਥੇ ਤੁਸੀਂ ਦੁਨੀਆ ਦੇ ਵਿੱਚ ਹੈਗੇ ਆ, ਜੇ ਤੁਸੀਂ ਕਿਤੇ ਹੌਲੀਡੇਜ਼ ਕਰਨ ਗਏ ਆ, ਵਾਪਸ ਕੈਨੇਡਾ ਆ ਜਾਓ ਬਿਕਾਜ਼ ਜਿਹੜੀ ਹਾਲਾਤ ਸੀਗੀ ਉਹ ਥੋੜ੍ਹੀ ਜਿਹੀ ਵੱਧਦੀ ਜਾ ਰਹੀ ਸੀਗੀ, ਥੋੜ੍ਹਾ ਡੇਂਜਰ ਸੀਗਾ। ਸੋ ਜਿੰਨੇ ਵੀ ਸਾਡੇ ਓਵਰਸੀਜ਼ ਦੇ ਵਿੱਚ ਕੈਨੇਡਾ ਸਿਟੀਜ਼ਨਸ ਗਏ ਸੀਗੇ, ਰੈਜ਼ੀਡੈਂਟਸ ਗਏ ਹੋਏ ਸੀਗੇ, ਖਾਸ ਕਰਕੇ ਜਿਹੜੇ ਇੰਡੀਆ ਦੇ ਵਿੱਚ ਪੰਜਾਬ ਵਿੱਚ ਗਏ ਹੋਏ ਸੀ, ਕਾਫੀ ਮੁਸ਼ਕਿਲਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ, ਖਾਸ ਕਰਕੇ ਜਿਹੜੇ ਵਾਪਸ ਟਾਈਮ ਨਾਲ ਨਹੀਂ ਪਹੁੰਚੇ, ਕਿ ਵਾਪਸ ਆਉਣ ਦੀ ਕੋਸ਼ਿਸ਼ ਕਰਦੇ ਸੀਗੇ ਬਟ ਫਲਾਈਟਸ ਨਹੀਂ ਮਿਲ ਰਹੀਆਂ ਸੀ ਕਰਕੇ ਉੱਥੇ ਏਅਰਪੋਰਟ ਵੀ ਬੰਦ ਹੋ ਗਏ, ਫਲਾਈਟਸ ਵੀ ਬੰਦ ਹੋ ਗਈਆਂ। ਸੋ ਇੱਕ ਫਲਾਈਟ ਕੱਲ੍ਹ ਅਰਾਈਵ ਹੋਈ ਆ ਪੰਜਾਬ ਤੋਂ, ਦਿੱਲੀ ਏਅਰਪੋਰਟ ਤੋਂ ਵੈਂਕੂਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਆਈ ਹੈ, ਜਿਸ ਵਿੱਚ ਜਾਜ਼ ਗਿੱਲ ਵੀ ਆਇਆ। ਸੋ ਥੋੜ੍ਹੇ ਜਿਹੇ ਉਹ ਦੱਸਣਗੇ ਵੀ ਇੰਡੀਆ ਦੇ ਕੀ ਹਾਲਾਤ ਹੈ ਅਤੇ ਖਾਸ ਕਰਕੇ ਜਦੋਂ ਉਹ ਵਾਪਸ ਆਇਆ ਕੀ ਉਹਨਾਂ ਨੂੰ ਮੁਸ਼ਕਿਲਾਂ ਏਅਰਪੋਰਟ ਦੇ ਵਿੱਚ, ਉਸ ਤੋਂ ਪਹਿਲਾਂ ਜਦੋਂ ਉਹਨਾਂ ਨੇ ਫਲਾਈਟ ਆਪਣੀ ਚੇਂਜ ਕੀਤੀ ਆ ਐਂਡ ਵਿੱਚ ਵੇਖਿਆ ਆ, ਉਹ ਵੀ ਇਸ ਫਿਲਮ ਦੇ ਵਿੱਚ ਜੁੜੇ ਹੋਏ ਆ ਐਂਡ ਇਟਸ ਅਬਾਊਟ ਫਰੰਟ ਲਾਈਨ ਹੀਰੋਜ਼। ਬਹੁਤ ਸੋਹਣੇ ਤਰੀਕੇ ਦੇ ਨਾਲ ਇਹ ਰਿਲੀਜ਼ ਕੀਤੀ ਗਈ ਆ, ਕੱਲ੍ਹ ਹੀ ਰਿਲੀਜ਼ ਕੀਤੀ ਗਈ ਐਕਚੁਅਲੀ ਐਂਡ ਸੋ ਹੋਪਫੁਲੀ we'll have that on for you in the next little bit. Also we've got some great news when it comes to traveling as well. ਜਿਹੜੇ restrictions ਲਿਫਟ ਕੀਤੇ ਗਏ ਆ ਉਹਦੇ ਬਾਰੇ ਵੀ ਤੁਹਾਨੂੰ ਦੱਸ ਦਵਾਂਗੇ ਵੀ ਜਿਹੜੇ ਬਾਹਰਲੇ ਜਿਹੜੇ ਕੰਟਰੀਜ਼ ਆ ਉਹ ਟੂਰਿਸਟ ਨੂੰ ਕਿਵੇਂ ਵਾਪਸ ਵੈਲਕਮ ਕਰਨਗੇ ਅੱਗੇ ਜਾ ਕੇ ਐਂਡ some other news as well. Hopefully we can get Jazz back on pretty soon and ਲੱਗਦਾ Jazz ਆ ਗਏ ਵਾਪਸ। So Jazz ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਦੇ ਮਾਰਨਿੰਗ ਸ਼ੋਅ ਦੇ ਵਿੱਚ। ਵੈਲਕਮ ਬੈਕ ਟੂ ਕੈਨੇਡਾ। ਮੈਨੂੰ ਪਹਿਲਾਂ ਜਿਹੜੀ ਆਵਾਜ਼ ਸੀ ਉਹ ਸੁੱਖੀ ਜੀ ਪਹੁੰਚੀ ਨਹੀਂ ਸੀ ਮੇਰੇ ਤੱਕ, ਸੋ ਹੁਣ ਮੈਂ ਪਹਿਲੀ ਵਾਰੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਪਹਿਲੀ ਵਾਰੀ ਮੈਨੂੰ ਆਵਾਜ਼ ਸੁਣ ਰਹੀ ਹੈ। ਸੋ ਪਹਿਲਾਂ ਤਾਂ ਚੈਨਲ ਪੰਜਾਬੀ ਦਾ ਬਹੁਤ ਬਹੁਤ ਥੈਂਕ ਯੂ। ਸੋ ਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਕੀ ਪੁੱਛਣਾ ਚਾਹੁੰਦੇ ਹੋ? ਜੈਜ਼ ਪਹਿਲਾਂ ਵੈਲਕਮ ਬੈਕ ਟੂ ਕੈਨੇਡਾ। ਥੋੜ੍ਹੇ ਜਿਹੇ ਸਾਨੂੰ ਦੱਸੋ ਤੁਸੀਂ ਇੰਡੀਆ ਕਦੋਂ ਗਏ ਸੀਗੇ, ਕਿੰਨਾ ਟਾਈਮ ਹੋਇਆ ਸੀ ਤੁਹਾਨੂੰ ਉੱਥੇ ਪੰਜਾਬ ਪਹੁੰਚਿਆ ਨੂੰ? ਮੈਂ ਜੀ ਫਰਵਰੀ 28 ਦੀ ਗਈ ਹੋਈ ਹਾਂ ਤੇ 7 ਅਪ੍ਰੈਲ ਨੂੰ ਮੈਂ ਵਾਪਸ ਆਉਣਾ ਸੀ। ਸੋ 23 ਤੋਂ ਪਹਿਲਾਂ ਮੈਨੂੰ ਹਾਂਜੀ ਥੋੜਾ ਜਿਹਾ ਪਤਾ ਲੱਗਿਆ ਸੀ ਕਿ ਲੋਕਡਾਊਨ ਹੋ ਜਾਣਾ, ਪਰ ਇੰਡੀਆ ਬਾਰੇ ਨਹੀਂ ਸੀ ਸੋਚਿਆ ਕਿਸ ਤਰ੍ਹਾਂ ਲੋਕਡਾਊਨ ਹੋ ਜਾਣਾ। ਸੋ ਤਾਂ ਕਰਕੇ ਕਿਸੇ ਨੇ ਵੀ ਥੋੜੀ ਬਹੁਤੀ ਕੇਅਰ ਨਹੀਂ ਕੀਤੀ ਉਦੋਂ, ਸੋਚਿਆ ਕਿ ਵੀਕ ਲਈ ਹੋਊਗਾ, 2 ਵੀਕਾਂ ਲਈ ਹੋਊਗਾ, ਖੁੱਲ ਜਾਊਗਾ। ਤੇ ਫਿਰ ਤੁਹਾਡੀ ਫਲਾਈਟ ਜਦੋਂ ਤੁਸੀਂ ਚੇਂਜ ਕੀਤੀ ਜਾਂ ਕੋਸ਼ਿਸ਼ ਕੀਤੀ ਚੇਂਜ ਕਰਨ ਦੀ, ਕੀ ਮੁਸ਼ਕਲਾਂ ਆਈਆਂ? ਹਾਂਜੀ ਪਹਿਲਾਂ ਜਦੋਂ ਚੇਂਜ ਕੀਤੀ ਆਲਰੇਡੀ ਮੈਂ 6 ਮਈ ਦੀ ਦੁਬਾਰਾ ਬੁੱਕ ਕਰ ਲਈ ਸੀ ਲਫਤਾਂਜਾ ਏਅਰਲਾਈਨ, ਤਾਂ ਉਹਨਾਂ ਨੇ ਕਿਹਾ ਸੀ ਕਿ 4 ਮਈ ਤੋਂ ਬਾਅਦ ਫਲਾਈਟਾਂ ਦੁਬਾਰਾ ਸ਼ੁਰੂ ਹੋ ਜਾਣੀਆਂ ਤੇ $500 ਐਕਸਟਰਾ ਦੇ ਕੇ ਮੈਂ ਫਲਾਈਟ ਚੇਂਜ ਕੀਤੀ ਸੀ ਆਪਣੀ ਲਫਤਾਂਜਾ ਏਅਰਲਾਈਨ। ਪਰ ਉਹ ਵੀ ਮੈਨੂੰ ਪਤਾ ਲੱਗਿਆ ਐਂਡ ਤੇ ਜਾ ਕੇ ਕਿ 2 ਦਿਨ ਪਹਿਲਾਂ ਕਿ ਉਹ ਵੀ ਕੈਂਸਲ ਹੋ ਗਈ ਹੈ। ਸੋ ਇਸ ਕਰਕੇ ਸਾਨੂੰ ਜਿਹੜੀਆਂ ਸਪੈਸ਼ਲ ਫਲਾਈਟ ਆ ਉਹਨਾਂ ਤੇ ਹੀ ਜਾਣਾ ਪੈਣਾ। ਸੋ ਇਹ ਇਨਫੋਰਮੇਸ਼ਨ ਤੁਸੀਂ ਕਿੱਥੋਂ ਲੈਂਦੇ? ਕੋਈ ਵੈਬਸਾਈਟ ਸੀ, ਤੁਸੀਂ ਕਿਸੇ ਨੂੰ ਇੱਥੇ ਕਾਲ ਕਰਦੇ ਸੀ, ਕਿਵੇਂ ਇਨਫੋਰਮੇਸ਼ਨ ਤੁਹਾਨੂੰ ਮਿਲਿਆ? ਵੈਸੇ ਤਾਂ ਨਿਊਜ਼ ਦੇ ਵਿੱਚ ਹੀ ਆਈ ਜਾਂਦੀ ਸੀ ਕਿਉਂਕਿ ਨਿਊਜ਼ ਸੁਣੀ ਚਾਹੀਦੀਆਂ ਸੀ, ਫੇਸਬੁੱਕ ਤੇ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਰਹਿੰਦਾ ਸੀ ਕਿ ਲੋਕਡਾਊਨ ਵੱਧ ਗਿਆ, ਅੱਗੇ ਨਹੀਂ ਚੱਲਣਾ। ਪਰ ਫਿਰ ਵੀ ਬਹੁਤ ਸਾਰੇ ਸਵਾਲ ਸੀ ਲੋਕਾਂ ਦੇ ਕਿ ਇੱਕ ਦੂਸਰੇ ਨੂੰ ਫੋਨ ਕਰਕੇ ਲੋਕ ਜ਼ਿਆਦਾ ਪੁੱਛ ਰਹੇ ਸੀ ਕਿ ਕੀ ਹੋ ਰਿਹਾ, ਕੀ ਹੋਣਾ ਚਾਹੀਦਾ, ਜਾਈਏ ਕਿ ਨਾ ਜਾਈਏ, ਕਿਉਂਕਿ ਜਿਹੜੀਆਂ ਪਹਿਲੀਆਂ ਫਲਾਈਟ ਸੀਗੀਆਂ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਡਰਾਤਾ ਸੀ ਕਿਉਂਕਿ ਬਾਏ ਲੰਡਨ 'ਚੋਂ ਆਉਣੀਆਂ ਸੀ ਤੇ ਸੋਚਿਆ ਸੀ ਕਿ ਉੱਥੇ ਬਹੁਤ ਜ਼ਿਆਦਾ ਕਰੋਨਾ ਵਧਿਆ ਹੋਇਆ ਤੇ 12 ਘੰਟੇ ਦੀ ਸਟੇ ਉੱਥੇ ਹੋ ਸਕਦੀ ਹੈ। ਪਲੱਸ ਉਹਨਾਂ ਨੇ ਕਿਹਾ ਸੀ ਕਿ ਜੇ ਤੁਹਾਨੂੰ ਉੱਥੇ ਜਾ ਕੇ ਜ਼ੁਕਾਮ ਜਾਂ ਖੰਘ ਕੁਛ ਵੀ ਹੋਇਆ ਤਾਂ ਤੁਹਾਨੂੰ 14 ਦਿਨ ਉੱਥੇ ਆਪਣੇ ਖਰਚੇ ਤੇ ਰਹਿਣਾ ਪੈਣਾ। ਸੋ ਜਿਸ ਕਰਕੇ ਬਹੁਤ ਜ਼ਿਆਦਾ ਡਰ ਗਏ ਸੀ ਉਦੋਂ ਸਾਰੇ ਜਾਣੇ ਪਹਿਲੀਆਂ ਫਲਾਈਟਾਂ ਤੇ ਆਉਣ ਦੇ ਲਈ। ਉਦੋਂ ਮੈਨੂੰ ਲੱਗਦਾ ਕਿ 100 ਤੋਂ ਬੰਦੇ ਤੋਂ ਵੀ ਵੱਧ ਨਹੀਂ ਆਇਆ ਕੋਈ ਵੀ। ਪਹਿਲੀ ਫਲਾਈਟ ਦੇ ਵਿੱਚ ਬਹੁਤ ਘੱਟ ਬੰਦੇ ਸੀ, ਉਹ ਵੀ ਜ਼ਿਆਦਾ ਕਹਿੰਦੇ ਜ਼ਿਆਦਾ ਕੈਨੇਡੀਅਨ ਸੀ ਉਹਦੇ ਵਿੱਚ ਜਿਹੜੇ ਗੋਰੇ ਸੀ। ਸੋ ਤੁਸੀਂ ਇੱਕੋ ਹੀ ਵਾਰੀ ਆਪਣੀ ਫਲਾਈਟ ਚੇਂਜ ਕੀਤੀ ਲਫਤਾਂਸਾ ਦੇ ਨਾਲ? ਹਾਂਜੀ ਇੱਕੋ ਵਾਰੀ ਕੀਤੀ। ਤੇ ਤੁਹਾਨੂੰ ਸਿਰਫ $500 ਦੇਣਾ ਪਿਆ, ਹੋਰ ਵਾਧੂ ਖਰਚਾ ਵੀ ਹੋਇਆ? ਨਹੀਂ ਇਹ ਜਿਹੜੀ ਹੁਣ ਫਲਾਈਟ ਹੈ ਇਹ ਤਾਂ ਬਹੁਤ ਜ਼ਿਆਦਾ, ਇਹ ਤਾਂ ਮੈਂ $3200 ਦਿੱਤਾ ਹੈ ਇੱਕ ਟਿਕਟ, ਇੱਕ ਵਨ ਵੇ ਦਾ। ਬਟ ਉਹ ਜਿਹੜੀ 500 ਸੀਗਾ ਉਹ ਸਿਰਫ ਉਹਦੇ ਚੇਂਜ ਵਾਸਤੇ ਸੀ ਕਿ ਜਦੋਂ ਅਸੀਂ ਚੇਂਜ ਕਰਾਈ ਸੀ ਕੈਨੇਡਾ ਤੋਂ ਲਫਤਾਂਜਾ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਸੀ ਕਿ ਜਦੋਂ ਖੁੱਲ ਜਾਣਗੇ ਅਸੀਂ ਚਲੋ ਉਦੋਂ ਚਲੇ ਜਾਵਾਂਗੇ, ਉਹ ਉਦੋਂ ਪੇ ਕੀਤਾ ਸੀ। ਬਟ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਕਿ ਉਹ ਵੀ ਕੈਂਸਲ ਹੋ ਗਈਆਂ ਤਾਂ ਅਸੀਂ ਦੁਬਾਰਾ ਕੋਈ ਵੀ ਬੁਕਿੰਗ ਨਹੀਂ ਕੀਤੀ ਕਿਉਂਕਿ ਉਹ ਜਿਹੜੀ ਜਿੰਨੇ ਵੀ ਪੈਸੇ ਪਹਿਲਾਂ ਲੱਗੀ ਜਾਂਦੇ ਸੀ ਉਹ ਸਾਰੇ ਸਾਡੇ ਵੇਸਟ ਹੋਈ ਜਾਂਦੇ ਸੀ ਕਿਉਂਕਿ ਉਹ ਵਾਪਸ ਨਹੀਂ ਸੀ ਮਿਲਣੇ ਸਾਨੂੰ ਪੈਸੇ।
ਸੋ ਇਸ ਕਰਕੇ ਹੋ ਸਕਦਾ ਸੀ ਸਾਨੂੰ ਜੁਲਾਈ ਅਗਸਤ ਸਤੰਬਰ ਤੱਕ ਵੇਟ ਕਰਨੀ ਪੈਂਦੀ ਹੈ, ਇਸੇ ਤਰ੍ਹਾਂ ਉਹ ਅੱਗੇ ਵਧਾਈ ਜਾਂਦੇ, ਕੁਝ ਨਹੀਂ ਸੀ ਪਤਾ, ਲਾਈਕ ਕੁਝ ਪਤਾ ਨਹੀਂ ਸੀ ਲੱਗ ਰਿਹਾ ਵੀ ਕਦੋਂ 에ਅਰਪੋਰਟ ਖੁੱਲਣਾ ਵਾ। ਦੈਟਸ ਵੈਰੀ ਫਰਸਟ੍ਰੇਟਿੰਗ। ਸੋ ਫਿਰ ਤੁਸੀਂ ਇੱਕ ਨਵੇਂ ਸਿਰੇ ਤੋਂ ਇੱਕ ਨਵੀਂ ਫਲਾਈਟ ਲਈ $3200 ਦੀ। ਹਾਂਜੀ, ਜਿਹੜਾ ਇਹ $3200 ਲੱਗਿਆ ਜੀ, ਇਹ ਕਤਰ 에ਅਰਲਾਈਨ ਆ, ਜਿਹੜੀ ਕਿ ਇੱਥੋਂ ਕੈਨੇਡਾ ਵਾਲਿਆਂ ਨੇ ਸਪੈਸ਼ਲ ਪਹਿਲਾਂ ਦੂਸਰੀਆਂ ਇੱਕ ਹੋਰ 에ਅਰਲਾਈਨ ਭੇਜੀ ਸੀਗੀ, ਉਸ ਤੋਂ ਬਾਅਦ ਇਹ ਸੈਕੰਡ ਫੇਸ ਜਦੋਂ ਸ਼ੁਰੂ ਹੋਇਆ ਵਾ, ਫਿਰ ਥਰਡ ਫੇਸ ਸ਼ੁਰੂ ਹੋਇਆ, ਤੇ ਥਰਡ ਫੇਸ ਦੇ ਵਿੱਚ ਅਸੀਂ ਫਿਰ ਇਹਦੀ ਟਿਕਟ ਸਾਨੂੰ ਲੈਣੀ ਪਈ ਕਿਉਂਕਿ ਗਰਮੀ ਬਹੁਤ ਹੋ ਗਈ ਸੀ, ਮੱਛਰ ਬਹੁਤ ਹੋ ਗਿਆ ਸੀ, ਤੇ ਡਰ ਲੱਗ ਰਿਹਾ ਸੀ ਕਿ ਜੇਕਰ ਕਰੋਨਾ ਨਾਲ ਵੀ ਨਾ ਮਰੇ, ਗਰਮੀ ਨਾਲ, ਜਾਂ ਬਾਏ ਚਾਂਸ ਕਿਤੇ ਉਹਦੇ ਨਾਲ ਹੀ ਮਰ ਗਏ, ਮੱਛਰ ਲੜਨਾ ਮਲੇਰੀਆ ਨਾਲ, ਤਾਂ ਸਾਨੂੰ ਸ਼ਮਸ਼ਾਨ ਘਾਟ ਵੀ ਨਹੀਂ ਮਿਲਣਾ ਇੱਥੇ, ਕਿਸੇ ਨੇ ਸਾਡੀ ਬੋਡੀ ਨੂੰ ਐਕਸੈਪਟ ਹੀ ਨਹੀਂ ਕਰਨਾ, ਕਿਉਂਕਿ ਜਿਹੜੇ ਹਿਸਾਬ ਦੇ ਨਾਲ ਉੱਥੇ ਰੋਜ਼ ਦੀਆਂ ਰੋਜ਼ ਨਿਊਜ਼ ਆਉਂਦੀਆਂ ਸੀ ਕਿ ਜਿਹੜੇ ਉਹਨਾਂ ਦੇ ਖੁਦ ਦੇ ਰਿਸ਼ਤੇਦਾਰ ਸੀ ਉਹੀ ਉਹਨਾਂ ਦੀਆਂ ਫਿਊਨਰਲ ਤੇ ਜਾ ਨਹੀਂ ਸੀ ਰਹੇ, ਲਾਸ਼ਾਂ ਨੂੰ ਖਿੱਚ ਖਿੱਚ ਕੇ ਦੂਸਰੇ ਲੋਕ ਉਹਨਾਂ ਦੀਆਂ ਕਰ ਰਹੇ ਸੀ। ਇਸ ਚੀਜ਼ ਨੇ ਬਹੁਤ ਜ਼ਿਆਦਾ ਡਰਾਇਆ ਹੋਇਆ ਸੀ। ਹਲੇ ਲੋਕਾਂ ਤੋਂ, ਪਬਲਿਕ ਤੋਂ ਡਰ ਨਹੀਂ ਸੀ ਲੱਗ ਰਿਹਾ। ਪਬਲਿਕ ਬਹੁਤ ਪਿਆਰ ਦੇ ਰਹੀ ਸੀ, ਬਹੁਤ ਲਾਈਕ ਘਰ ਦੇ ਬਹੁਤ ਸਤਿਕਾਰ ਦੇ ਰਹੇ ਸੀ, ਟਾਈਮ ਸਿਰ ਰੋਟੀ ਮਿਲ ਰਹੀ ਸੀ, ਸਭ ਕੁਝ ਸੀ, ਪਰ ਜਦੋਂ ਖਬਰਾਂ ਦੇਖਦੇ ਸੀ ਤਾਂ ਉਦੋਂ ਲੱਗਦਾ ਸੀ ਕਿ ਜੇ ਮਰ ਗਏ ਕਰੋਨਾ ਨਾਲ ਤੇ ਜਾਂ ਕਿਸੇ ਹੋਰ ਬਿਮਾਰੀ ਨਾਲ ਤਾਂ ਕੀ ਹੋਊਗਾ, ਕੀ ਸਾਨੂੰ ਸ਼ਮਸ਼ਾਨ ਘਾਟ ਜਾਂ ਵੀ ਨਹੀਂ ਮਿਲੂਗਾ, ਬਸ ਇਸ ਦਾ ਬਹੁਤ ਜ਼ਿਆਦਾ ਡਰ ਸੀ। ਜਸ ਜੀ, ਜਦੋਂ ਤੁਸੀਂ ਦਿੱਲੀ ਪਹੁੰਚੇ ਆ, ਪੰਜਾਬ ਤੋਂ ਦਿੱਲੀ ਨੂੰ ਤੁਰਿਆ, ਕੋਈ ਮੁਸ਼ਕਲ ਆਈਆਂ ਰਾਹ ਦੇ ਵਿੱਚ? ਬਿਲਕੁਲ ਹੀ ਨਹੀਂ ਜੀ, ਬਿਲਕੁਲ ਹੀ ਨਹੀਂ। ਅਸੀਂ ਪਹਿਲਾਂ ਮੁਸ਼ਕਲ ਆਈ ਹੈ ਕਿ ਸਾਨੂੰ ਡਰਾਈਵਰ ਦਾ ਲਾਇਸੈਂਸ ਲੈਣ, ਡਰਾਈਵਰ ਲਈ ਜਿਹੜਾ ਸੀਗਾ ਪਰਮਿਟ ਲੈਣ ਦੇ ਲਈ ਸਾਨੂੰ ਆਨਲਾਈਨ ਅਪਲਾਈ ਕੀਤਾ 5 ਵਾਰੀ, ਪਰ 5 ਵਾਰੀ ਡਿਕਲਾਈਨ ਹੋ ਗਿਆ। ਅਸੀਂ ਸਿੱਧਾ ਡੀਸੀ ਦੇ ਆਫਿਸ ਪਹੁੰਚ ਕੇ ਅਸੀਂ ਉੱਥੇ ਜਾ ਕੇ ਗੱਲ ਕੀਤੀ, ਕਹਿੰਦੇ ਜੀ ਦੁਬਾਰਾ ਅਪਲਾਈ ਕਰ ਦਿਓ। ਅਸੀਂ ਅਪਲਾਈ ਕਰਤਾ, ਅਸੀਂ ਫਿਰ ਉਹਨਾਂ ਨੂੰ 2 ਘੰਟੇ ਬਾਅਦ ਫੋਨ ਕੀਤਾ, ਕਹਿੰਦੇ ਜੀ ਤੁਸੀਂ ਸਾਨੂੰ ਇੱਥੇ ਆ ਜਾਓ ਮਿਲਣ ਵਾਸਤੇ। ਅਸੀਂ ਉਹਦੇ ਦਫ਼ਤਰ 'ਚ ਸਪੈਸ਼ਲ ਮੈਂ ਗਈ ਉੱਥੇ ਮਿਲਣ ਵਾਸਤੇ ਉਹਨਾਂ ਨੂੰ, ਪਰ ਅੱਗੋਂ ਕਹਿੰਦੇ ਜੀ ਤੁਸੀਂ ਹਾਲੇ ਦੁਬਾਰਾ ਅਪਲਾਈ ਕਰੋ, 1 ਘੰਟੇ ਬਾਅਦ ਕੈਂਸਲ ਹੋ ਗਿਆ। ਉੱਥੇ ਲੋਕ ਬੈਠੇ, ਲਾਈਕ ਬਹੁਤ ਲੋਕ ਬੈਠੇ ਸੀ ਵਿਚਾਰੇ, ਪਰ ਜਿਨ੍ਹਾਂ ਨੇ 8-8 ਵਾਰੀ ਅਪਲਾਈ ਕੀਤਾ ਸੀ, ਪਰ ਅਪਲਾਈ ਕਰਨ ਤੋਂ ਬਾਅਦ ਵੀ ਉਹ ਮਿਲ ਨਹੀਂ ਸੀ ਰਿਹਾ ਉਹਨਾਂ ਨੂੰ। ਤੇ ਮੈਨੂੰ ਪੁੱਛਿਆ, ਕਹਿੰਦੇ ਤੁਹਾਨੂੰ ਕਿੱਥੋਂ ਮਿਲ ਗਿਆ, ਤੁਹਾਡਾ ਪਰਮਿਟ ਕਿੱਥੋਂ ਲਿਆ ਤੁਸੀਂ? ਮੈਂ ਕਿਹਾ ਜੀ ਸਾਨੂੰ ਹਾਈ ਕਮਿਸ਼ਨ ਨੇ ਆਲਰੇਡੀ ਸਾਡੀਆਂ ਟਿਕਟਾਂ ਦੇ ਨਾਲ ਭੇਜਿਆ ਹੋਇਆ, ਵੀ ਜਸਟ ਨੀਡ ਫॉर ਸਾਡੇ ਡਰਾਈਵਰ ਦੇ ਲਈ ਸਾਨੂੰ ਪਰਮਿਸ਼ਨ ਚਾਹੀਦੀ ਹੈ ਕਿ ਸਾਨੂੰ ਛੱਡ ਕੇ ਵਾਪਸ ਆ ਜਾਏ। ਫਿਰ ਕਹਿੰਦੇ ਨਹੀਂ ਜੀ, ਤੁਸੀਂ ਇੱਕ ਬੰਦਾ ਇੱਕ ਡਰਾਈਵਰ ਨਾਲ ਹੀ ਜਾ ਸਕਦਾ। ਮੈਂ ਕਿਹਾ ਜੀ ਇਹਦਾ ਮਤਲਬ ਜੇ ਅਸੀਂ ਘਰ ਦੇ 7 ਬੰਦੇ ਆ, ਸਾਨੂੰ 7 ਗੱਡੀਆਂ ਤੇ 7 ਡਰਾਈਵਰ ਚਾਹੀਦੇ ਆ, ਵੀ ਅਸੀਂ ਆਲਰੇਡੀ ਬਹੁਤ ਪੈਸੇ ਲਾ ਚੁੱਕੇ ਆ, ਸਾਡੇ ਮੋਸਟਲੀ ਲੋਕਾਂ ਦੇ ਪੈਸੇ ਖਤਮ ਹੋ ਚੁੱਕੇ ਆ ਇੱਥੇ ਰਹਿ ਕੇ। ਬਟ ਤੁਸੀਂ ਦੇਖੋ ਕਿ ਤੁਸੀਂ ਹੁਣ ਆਪ ਸੋਚੋ ਕਿ ਅਸੀਂ 7 ਡਰਾਈਵਰ ਕਰੀਏ, 7 ਹੀ ਲਾਈਕ ਟੈਕਸੀਆਂ ਲਈਏ, ਤੇ ਹਰ ਟੈਕਸੀ ਨੂੰ ਅਸੀਂ $6000 ਰੁਪਇਆ ਪੇ ਕਰੀਏ, ਸੋ ਅਸੀਂ ਕਿਸ ਤਰ੍ਹਾਂ ਹੋ ਸਕਦਾ? ਮੈਂ ਉਹਨਾਂ ਨੂੰ ਕਿਹਾ ਤੁਸੀਂ ਐ ਕਰੋ, ਤੁਸੀਂ ਦਿਓ, ਬਾਅਦ ਦੀ ਪ੍ਰੋਬਲਮ ਅਸੀਂ ਆਪੇ ਦੇਖਾਂਗੇ। ਬਟ ਫਿਰ ਵੀ ਉਹਨਾਂ ਨੇ ਬਿਠਾਈ ਰੱਖਿਆ, ਕਹਿੰਦਾ ਜੀ ਥੋੜਾ ਜਿਹਾ ਟਾਈਮ ਲਓ। ਮੈਂ ਕਿਹਾ ਜੀ ਹੁਣ ਤਾਂ ਰੱਬ ਨੇ ਟਾਈਮ ਹੀ ਟਾਈਮ ਦਿੱਤਾ ਹੋਇਆ, ਤੁਸੀਂ ਜਿੰਨਾ ਕਹਿੰਦੇ ਹੋ ਅਸੀਂ ਲੈ ਲੈਂਦੇ, 4 ਦਿਨ ਤਾਂ ਸਾਨੂੰ ਆਲਰੇਡੀ ਹੋ ਗਏ ਆ। ਤੇ ਪਰ ਉੱਥੇ ਡਰਦੇ ਸੀ, ਇਹ ਵੀ ਨਹੀਂ ਸੀ ਕਹਿ ਸਕਦੇ, ਪਰ ਉਹਨਾਂ ਦੇ ਜਿਹੜਾ ਬਿਹੇਵੀਅਰ ਤੋਂ ਇਹ ਲੱਗ ਰਿਹਾ ਸੀ ਕਿ ਜਿਵੇਂ ਕਿ ਜੋ ਕੁਝ ਉੱਥੇ ਚੱਲਦਾ ਇੰਡੀਆ 'ਚ, ਮੇ ਬੀ ਸ਼ਾਇਦ, ਮੈਨੂੰ ਨਹੀਂ ਪਤਾ, ਮੈਂ ਕਹਿਣਾ ਇਹ ਨਹੀਂ ਕਹਿੰਦੀ ਕਿ ਮੈਨੂੰ ਕਿਸੇ ਨੇ ਕਿਹਾ ਵਾ, ਬਟ ਜਿਵੇਂ ਬਿਹੇਵੀਅਰ ਤੋਂ ਲੱਗ ਰਿਹਾ ਸੀ ਕਿ ਵੇਟ ਹਰ ਬੰਦੇ ਨੂੰ ਹਰ ਬੰਦੇ ਦਾ ਡਿਕਲਾਈਨ ਹੋਈ ਜਾਂਦਾ ਸੀ, ਕਿ ਕਿਤੇ ਨਾ ਕਿਤੇ ਉਹ ਥੋੜਾ ਬਹੁਤਾ ਜਿਹੜੀ ਰਿਸ਼ਵਤਖੋਰੀ ਜਿਹਨੂੰ ਤੁਸੀਂ ਕਹਿ ਲੈਂਦੇ ਹੋ ਜਾਂ ਪੈਸਾ ਕਹਿ ਲੈਂਦੇ ਹੋ, ਉਹ ਕਿਤੇ ਨਾ ਕਿਤੇ ਦਾ ਚੜ੍ਹਦਾ ਹੀ ਆ, ਜਿਹਦੇ ਕਰਕੇ ਉਹ ਬਾਰ-ਬਾਰ ਸਾਨੂੰ ਘਰੇ ਫੋਨ ਕਰਕੇ ਸੱਦ ਰਿਹਾ ਕਿ ਆਜੋ ਜੀ ਡੀਸੀ ਨੂੰ ਮਿਲ ਲਓ, ਤੁਹਾਨੂੰ ਵੈਸੇ ਆਪਣਾ ਚੱਕ ਕੇ ਲੈ ਜਾਓ। ਤੇ 5 ਮਿੰਟ ਬਾਅਦ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਤਾਂ ਕਹਿੰਦੇ ਜੀ ਕਦੋਂ, ਤੁਹਾਨੂੰ ਕਿਹਨੇ ਫੋਨ ਕੀਤਾ? ਪਰ ਮੇਰੇ ਕੋਲ ਰਿਕਾਰਡਿੰਗ ਸੀਗੀ, ਮੇਰੇ ਕੋਲੇ WhatsApp ਤੇ ਮੈਸੇਜ ਸੀ। ਜਦੋਂ ਮੈਂ ਖੋਲ ਕੇ ਦੱਸਣ ਲੱਗੀ ਤੇ ਅੰਦਰ ਨੂੰ ਚਲੇ ਗਏ। ਪਰ ਮੈਂ ਉੱਥੇ ਨਹੀਂ ਦੱਸਿਆ ਕਿ ਲਾਈਕ ਡਰ ਲੱਗਦਾ ਸੀ, ਤੇ ਦੱਸਣ ਦੀ ਲੋੜ ਨਹੀਂ ਸੀ ਕਿ ਅਸੀਂ ਮੀਡੀਆ 'ਚ ਜਾਂ ਅਸੀਂ ਕੋਈ ਕੰਮ ਕਰ ਸਕਦੇ ਹਾਂ, ਬਟ ਕਿਉਂਕਿ ਸਾਨੂੰ ਇਹ ਡਰ ਸੀ ਕਿ ਇਹਨਾਂ ਨੇ ਪਤਾ ਨਹੀਂ ਕਿਹੜਾ ਜ਼ੁਲਮ ਲਾ ਕੇ ਜੇਲ੍ਹ 'ਚ ਡਾਲ ਦੇਣਾ। ਸੋ ਉੱਥੇ ਨਰਮੀ ਦਿਖਾਉਣ ਦੇ ਲਈ ਸਾਨੂੰ ਜੀ ਕਰਨਾ ਪੈਂਦਾ। ਕਰਨ ਤੋਂ ਬਾਅਦ ਫਿਰ ਪਰ ਜਦੋਂ ਮੈਂ ਕਾਫੀ ਜ਼ਿਆਦਾ ਥੋੜੀ ਉਹਦੇ ਨਾਲ ਗੱਲ ਕੀਤੀ, ਬੜੇ ਪਿਆਰ ਦੇ ਨਾਲ ਮੈਂ ਕੀਤੀ, ਤੇ ਮੈਂ ਉਹਨੂੰ ਕਿਹਾ ਤਾਂ ਫਿਰ ਉਹਨੇ ਮੈਨੂੰ 5 ਮਿੰਟਾਂ ਦੇ ਵਿੱਚ ਅੰਦਰ ਗਿਆ, ਤੇ 5 ਮਿੰਟਾਂ ਦੇ ਵਿੱਚ ਹੀ ਆਨਲਾਈਨ ਆ ਗਿਆ। ਪਰ ਉਹਨੂੰ ਦੇਖਿਆ ਕਿਸੇ ਨੇ ਵੀ ਨਹੀਂ ਦੇਖਿਆ। ਲਾਈਕ ਅੰਮ੍ਰਿਤਸਰ ਤੋਂ ਅਸੀਂ ਚੱਲੇ ਆ, ਸਾਰੇ ਪੁਲਿਸ ਵਾਲੇ ਰਾਹ 'ਚ ਨਾਕੇ ਲੱਗੇ ਹੋਏ ਆ, ਕਿਸੇ ਨੇ ਸਾਨੂੰ ਰੋਕਿਆ ਨਹੀਂ, ਕਿਸੇ ਨੇ ਸਾਡਾ ਕੋਈ ਦੇਖਿਆ ਨਹੀਂ, ਜਾਂਦੇ ਹੋਏ ਵੀ ਉਹ ਵਾਪਸ ਡਰਾਈਵਰ ਚਲਾ ਗਿਆ, ਕਿਸੇ ਨੇ ਕੁਝ ਨਹੀਂ ਦੇਖਿਆ ਜੀ। ਵਾਓ, ਓਕੇ। ਬਾਕੀ ਜਦੋਂ ਤੁਸੀਂ 에ਅਰਪੋਰਟ ਪਹੁੰਚੇ ਸੀਗੇ ਤੇ ਉੱਥੇ ਮਾਹੌਲ ਕੀ ਸੀਗੇ? ਜਿਹੜੇ ਜਿਨ੍ਹਾਂ ਨੇ ਹੋਰ ਫਲਾਈਟ ਦੇ ਉੱਤੇ ਚੜ੍ਹਨਾ ਸੀ ਤੁਹਾਡੇ ਨਾਲ, ਜਿਹੜੇ ਬਾਕੀ ਸੀਗੇ, ਪੈਨਿਕ ਸੀ, ਉਹਨਾਂ ਦੇ ਡਰ ਸੀਗਾ, ਕੀ ਮਾਹੌਲ ਸੀ ਉੱਥੇ 에ਅਰਪੋਰਟ ਦੇ ਉੱਤੇ? ਹਾਂਜੀ, ਉੱਥੇ ਦਾ ਜਿਹੜਾ ਬਾਹਰਲਾ ਮਾਹੌਲ ਸੀ, ਕਿਉਂਕਿ ਮੈਂ ਲਾਈਕ ਆਲਰੇਡੀ ਮੇਰੀ ਬਾਂਹ ਦੀ, ਤੁਹਾਨੂੰ ਸਭ ਨੂੰ ਪਤਾ ਕਿ ਸਰਜਰੀ ਹੋਈ ਸੀਗੀ, ਇਸ ਕਰਕੇ ਮੈਂ ਜ਼ਿਆਦਾ ਭਾਰ ਲਿਫਟ ਨਹੀਂ ਸੀ ਕਰ ਸਕਦੀ। ਤਾਂ ਮੈਂ ਆਲਰੇਡੀ 에ਅਰ ਕੈਨੇਡਾ ਜਿੱਥੋਂ ਮੈਂ ਟਿਕਟ ਲਈ ਸੀ ਉਹਨਾਂ ਨਾਲ ਮੈਂ ਗੱਲ ਕਰਕੇ ਗਈ ਸੀ ਕਿ ਮੇਰੇ ਨਾਲ ਇੱਕ ਸਾਡੇ ਰਿਲੇਟਿਵ ਦੇ ਮਾਮ ਗਏ ਹੋਏ ਸੀ,
ਉਹਨਾਂ ਨੂੰ ਵੀਲਚੇਅਰ ਚਾਹੀਦੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਮੇਰੇ ਕੋਲੋਂ ਸਾਰੀਆਂ ਜਿਹੜੀਆਂ ਟਰਾਲੀਜ਼ ਉਹ ਚੱਲਣੀਆਂ ਨਹੀਂ ਗਿਆ, ਕਿ ਕੀ ਉੱਥੇ ਮੈਨੂੰ ਹੈਲਪ ਲਈ ਕੋਈ ਲੱਭ ਸਕਦਾ ਜਾਂ ਸਾਡੇ ਘਰ ਦਾ ਕੋਈ ਮੈਂਬਰ ਅੰਦਰ ਜਾ ਸਕਦਾ ਵੀ, ਕਿਉਂਕਿ ਕਈ ਵਾਰੀ ਕਈ 에ਅਰਪੋਰਟ ਦੇ ਅੰਦਰ ਜਾਣ ਨਹੀਂ ਦਿੰਦੇ ਉਹ ਟਰਾਲੀ ਜੀ। ਦੂਸਰੇ ਆਪਣੇ ਘਰ ਦੇ ਮੈਂਬਰਾਂ ਨੂੰ। ਤੇ ਉਹ ਕਹਿੰਦੇ ਸੀ ਕਿ ਕੋਈ ਗੱਲ ਨਹੀਂ ਜੀ, ਤੁਸੀਂ ਉੱਥੇ ਜਾ ਕੇ ਤੁਸੀਂ, ਉਹਨਾਂ ਨੇ ਮੈਨੂੰ ਫੋਨ ਨੰਬਰ ਦਿੱਤਾ ਸੀ, ਤੁਸੀਂ ਉੱਥੇ ਗੱਲ ਕਰ ਲਿਓ, ਤੁਹਾਨੂੰ ਬਾਹਰ ਮੁੰਡਾ ਭੇਜ ਦੇਣਗੇ ਤੇ ਤੁਹਾਡੀ ਉਹ ਹੈਲਪ ਕਰ ਦੇਣਗੇ, ਟਰਾਲੀ ਤੁਹਾਡੀ ਅੰਦਰ ਲੈ ਜਾਣਗੇ, ਕੋਈ ਗੱਲ ਨਹੀਂ, ਕੋਈ ਪ੍ਰੋਬਲਮ ਨਹੀਂ ਹੈਗੀ ਤੇ ਹੈਲਪ ਯੂ। ਸੋ ਪਰ ਜਦੋਂ ਅਸੀਂ ਉੱਥੇ ਪਹੁੰਚੇ ਆ, ਮੈਂ ਤਾਂ ਉਹਨਾਂ ਨੇ 2 ਵਜੇ ਦਾ ਟਾਈਮ ਦਿੱਤਾ ਸੀ, ਅਸੀਂ 2 ਵਜੇ ਦੇ ਹਿਸਾਬ ਨਾਲ ਉੱਥੇ ਪਹੁੰਚ ਗਏ ਸੀ, ਪਰ ਉਦੋਂ ਹੀ ਲਾਈਨ ਬਹੁਤ ਲੰਬੀ ਸੀ, ਬਹੁਤ ਜ਼ਿਆਦਾ ਲੰਬੀ ਲਾਈਨ ਸੀ। ਤੇ ਜਦੋਂ ਅਸੀਂ ਸੋਚਿਆ ਕਿ ਪਹਿਲਾਂ ਅਸੀਂ ਚਲੋ ਕੁਝ ਖਾ ਪੀ ਲੈਂਦੇ ਹਾਂ, ਅਸੀਂ ਕਾਰ ਤੇ ਬਹਿ ਕੇ ਖਾ ਕੇ 2:30 ਵਜੇ ਮੈਂ ਉਹਨਾਂ ਨੂੰ ਫੋਨ ਕੀਤਾ, ਜਿਹੜਾ ਉਹਨਾਂ ਨੇ ਮੈਨੂੰ ਫੋਨ ਦਿੱਤਾ ਸੀ ਕਿ ਮੈਨੂੰ ਹੈਲਪ ਚਾਹੀਦੀ ਆ, ਤਾਂ ਉੱਥੇ ਜਾ ਕੇ ਉਹ ਫੋਨ ਨਹੀਂ ਚੱਕਿਆ ਉਹਨਾਂ ਨੇ, ਪਰ ਮੈਂ ਇੱਕ ਮੁੰਡੇ ਨੂੰ ਜਾ ਕੇ ਕਿਹਾ, ਉਹਨੇ ਅੰਦਰ ਜਾ ਕੇ ਗੱਲ ਕੀਤੀ ਤਾਂ ਉਹ ਵੀਲਚੇਅਰ ਲੈ ਕੇ ਆ ਗਿਆ ਤੇ ਉਹਨੇ ਆ ਕੇ ਮੇਰੇ ਕੋਲ ਵੀਲਚੇਅਰ ਲੈ ਕੇ ਮੇਰੀ ਜਿਹੜੀ ਟਰਾਲੀ ਸੀ ਉਹ ਫੜ ਲਈ। ਤੇ ਉਸੇ ਵੇਲੇ ਮੈਂ ਆਪਣੇ ਲੋਕਾਂ ਦੀ ਗੱਲ ਕਰਦੀ ਹਾਂ ਕਿ ਮੈਨੂੰ ਪਤਾ ਹੈ ਕਿ ਉੱਥੇ ਰਿਸ਼ਵਤ ਚੱਲਦੀ ਹੈ, ਮੈਨੂੰ ਪਤਾ ਕਿ ਉੱਥੇ ਪੈਸਾ ਚੱਲਦਾ, ਮੈਨੂੰ ਲਾਈਕ, ਬਟ ਤੁਸੀਂ ਇਹ ਵੀ ਦੇਖੋ ਕਿ ਜਿਹੜੇ ਬੰਦੇ ਵੀਲਚੇਅਰ ਤੇ ਬੈਠੇ ਆ ਜਾਂ ਜਿਸ ਦੀ ਕੋਈ ਅੰਗ ਪੈਰ ਆ ਜਾਂ ਟੁੱਟਿਆ ਹੋਇਆ ਜਾਂ ਉਹ ਨਹੀਂ ਟਰਾਲੀ ਚਲਾ ਸਕਦਾ, ਤਾਂ ਜੇ ਉਹਨੇ ਕਿਸੇ ਨੂੰ ਕਹਿ ਦਿੱਤਾ ਤੇ ਉੱਥੇ ਸਿਫਾਰਿਸ਼ ਵਾਲੀ ਕਿਹੜੀ ਗੱਲ ਆ ਗਈ। ਉੱਥੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇੱਕ ਵੈਸੇ ਵੀ ਮੈਨੂੰ ਲੱਗਦਾ ਕਿ ਮੇਰਾ ਫੇਸ ਥੋੜਾ ਜਿਹਾ ਫੈਮੀਲੀਅਰ ਜ਼ਿਆਦਾ ਜਾਣਦੇ ਜ਼ਿਆਦਾ ਕਰਕੇ ਆ, ਸੋ ਹੋਰ ਲੋਕ ਲੰਘ ਕੇ ਗਏ ਆ ਅੰਦਰ, ਉਹਨਾਂ ਵੇਲੇ ਕੋਈ ਨਹੀਂ ਬੋਲਿਆ, ਪਰ ਜਦੋਂ ਮੇਰੀ ਵਾਰੀ ਆਈ ਤਾਂ ਸਾਰਿਆਂ ਨੇ ਬੋਲਣਾ ਸ਼ੁਰੂ ਕਰਤਾ, ਸਿਫਾਰਿਸ਼ ਚੱਲਦੀ ਆ ਜੀ, ਹਨਾ, ਤੇ ਆਹ ਬਾਤ ਮੈਂ ਉਹਨਾਂ ਨੂੰ ਕਿਹਾ, ਓਕੇ ਕੂਲ ਡਾਊਨ ਪੁੱਤ, ਮੈਂ ਉਹਨੂੰ ਜਿਹੜਾ ਮੁੰਡਾ ਆਇਆ ਸੀ ਮੈਂ ਕਿਹਾ, ਪੁੱਤ ਤੂੰ ਇੱਥੇ ਰੱਖ ਜਾ ਟਰਾਲੀ, ਮੈਂ ਲਾਈਨ 'ਚ ਮੈਨੂੰ ਲਾ ਦੇ। ਕਹਿੰਦਾ ਜੀ ਬਹੁਤ ਲੰਬੀ ਲਾਈਨ ਆ। ਮੈਂ ਕਿਹਾ ਕੋਈ ਗੱਲ ਨਹੀਂ ਬੱਚੇ, ਮੈਂ ਪਿੱਛੇ ਜਾ ਕੇ ਖੜ ਜਾਂਦੀ ਆ, ਤੂੰ ਮੰਮੀ ਦੀ ਜਿਹੜੀ ਆ ਇਕੱਲੀ ਵੀਲਚੇਅਰ ਵਾਲੇ ਆ ਉਹਨਾਂ ਨੂੰ ਅੰਦਰ ਲੈ ਜਾਓ। ਪਰ ਬੜੇ ਅਫਸੋਸ ਦੀ ਗੱਲ ਆ ਕਿ ਵੀਲਚੇਅਰ ਵਾਲਿਆਂ ਨੂੰ ਵੀ ਇਸ ਵਾਰ ਇਹਨਾਂ ਨੇ ਜਿਹੜੇ 10 ਵਜੇ ਦੇ ਆ ਕੇ ਖੜੇ ਸੀ, ਉਹਨਾਂ ਨੂੰ ਵੀਲਚੇਅਰ ਵਾਲਿਆਂ ਨੂੰ ਵੀ ਨਹੀਂ ਅੰਦਰ ਜਾਣ ਦਿੱਤਾ, ਇਸ ਕਰਕੇ ਕਿਉਂਕਿ ਉਹ ਕਹਿੰਦੇ ਆ ਕਿ ਜੀ ਇਹਨਾਂ ਨੂੰ ਵੀ ਲਾਈਨ 'ਚ ਲੱਗਣਾ ਚਾਹੀਦਾ ਵਾ। ਰਾਈਟ। ਜਾਸ, ਆਪਣੇ ਕੋਲ ਟਾਈਮ ਬਿਲਕੁਲ ਥੋੜਾ ਹੈ, ਥੋੜਾ ਜਿਹਾ ਮੈਨੂੰ ਦੱਸਿਓ ਜਿਹੜੇ ਪਲੇਨ ਦਾ ਮਾਹੌਲ ਸੀ ਉਹ ਕੀ ਸੀਗਾ, ਕਿ ਕੀ ਉੱਥੇ ਸੋਸ਼ਲ ਡਿਸਟੈਂਸਿੰਗ ਸੀਗੀ, ਤੁਸੀਂ ਜਦੋਂ ਇੱਕ ਸੀਟ ਛੱਡ ਕੇ ਬੈਠੇ ਸੀਗੇ ਹੈ, ਕੀ ਪਲੇਨ ਦਾ ਮਾਹੌਲ ਕੀ ਸੀਗਾ? ਪਲੇਨ ਜੀ ਬਹੁਤ ਵਧੀਆ ਫਲਾਈਟ ਸੀ, ਵੈਸੇ ਸਰਵਿਸ ਬਹੁਤ ਵਧੀਆ ਸੀ, 에ਅਰ ਹੋਸਟਸ ਬਹੁਤ ਚੰਗੀਆਂ ਸੀ, ਪੰਜਾਬੀ ਬੋਲ ਰਹੀਆਂ ਸੀ, ਬਟ ਜਿਹੜਾ ਡਿਸਟੈਂਸ ਦੀ ਤੁਸੀਂ ਗੱਲ ਕਰਦੇ ਹੋ, ਨਹੀਂ ਜੀ, ਪੂਰਾ ਪਲੇਨ ਜਿਹੜਾ ਫੁੱਲ ਸੀ। ਜਦੋਂ ਅਸੀਂ ਚੜ੍ਹ ਵੀ ਰਹੇ ਸੀ, ਸਾਡੇ ਆਪਸ ਦੇ ਵਿੱਚ ਵੀ ਕੋਈ ਡਿਸਟੈਂਸ ਨਹੀਂ ਸੀ, ਸੋ ਉੱਥੇ ਵੀ ਜਦੋਂ ਹੁਣ ਲਾਈਕ ਉਹਦੇ ਅੰਦਰ ਨਹੀਂ ਜੀ, ਬਿਲਕੁਲ ਕੋਈ ਨਹੀਂ ਸੀ। ਹਾਂ, ਸਿਰਫ ਮਾਸਕ ਸਾਰਿਆਂ ਨੇ ਜ਼ਰੂਰ ਪਾਏ ਹੋਏ ਸੀ, ਲੋਕ ਡਰੇ ਹੋਏ ਬਹੁਤ ਸੀ, ਫੇਸ ਸਭ ਦੇ ਮੁਰਝਾਏ ਹੋਏ ਸੀ, ਲਾਈਕ ਕਿਉਂਕਿ ਇੱਕ ਤਾਂ ਵੈਸੇ ਹੀ ਮੁਰਝਾ ਜਾਈਦਾ ਹੈ ਇੰਡੀਆ 'ਚ ਜਾ ਕੇ, ਨਾ, ਗਰਮੀ ਬਹੁਤ ਹੁੰਦੀ ਆ, ਬਟ ਲਾਈਕ ਪਰ ਫਿਰ ਵੀ ਲੋਕ ਐਂ ਲੱਗ ਰਹੇ ਸੀ ਜਿਵੇਂ ਕਿ ਸਾਰੇ ਜਾਣੇ ਅਸੀਂ ਇੱਕ ਡਰ ਤੇ ਇੱਕ ਘਰ ਦੇ ਸੁੱਤੇ ਪਏ ਉੱਠ ਕੇ ਆਏ ਆ ਜਾਂ ਕੁਛ, ਲਾਈਕ ਬਹੁਤ ਜ਼ਿਆਦਾ ਮਾਹੌਲ ਦੇ, ਲਾਈਕ ਉਹਨਾਂ ਦੇ ਫੇਸ ਦੇ ਉੱਤੋਂ ਸਭ ਦੇ ਉੱਤੇ ਡਰ ਸੀ, ਕੋਈ ਸਮਾਈਲ ਨਹੀਂ ਸੀ ਦੇ ਰਿਹਾ। ਸੋ ਮੈਂ ਇੱਕ ਜ਼ਰੂਰ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ 에ਅਰ ਹੋਸਟਸ ਜੀ ਜਿਹੜੀ, ਉਹਨੇ ਆ ਕੇ ਮੈਨੂੰ ਇਹ ਜ਼ਰੂਰ ਕਿਹਾ, ਕੋਲੇ ਆ ਕੇ ਕਹਿੰਦੀ ਕਿ ਕੱਲੀ ਤੁਹਾਡੇ ਮੂੰਹ ਦੇ ਉੱਤੇ ਸਮਾਈਲ ਆ ਜਾ ਕਿ ਕਿਸੇ ਦੇ ਮੂੰਹ ਤੇ ਸਮਾਈਲ ਨਹੀਂ ਹੈਗੀ, ਕਹਿੰਦੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਉਂ, ਹਨਾ। ਮੈਂ ਕਿਹਾ ਵੀ ਇਹ ਸਾਰੇ ਡਰੇ ਹੋਏ ਆ, ਲਾਈਕ ਅਸੀਂ ਸਾਰੇ ਡਰੇ ਹੋਏ ਆ, ਬਟ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਅਸੀਂ ਡਰੇ ਆ, ਜਿਹੜੇ ਲੋਕ ਸਾਡੇ ਲਈ ਸੇਵਾ ਕਰ ਰਹੇ ਨੇ, ਸਾਡੇ ਲਈ ਕੰਮ ਕਰ ਰਹੇ ਨੇ, ਉਹ ਸਾਡੇ ਕੋਲੇ ਆ ਰਹੇ ਨੇ, ਬਾਰ-ਬਾਰ ਆ ਕੇ ਸਾਨੂੰ ਪਾਣੀ ਪੁੱਛ ਰਹੇ ਨੇ, ਕੀ ਇੱਕ ਸੋਹਣੀ ਜੀ ਸਮਾਈਲ ਅਸੀਂ ਉਹਨਾਂ ਨੂੰ ਦੇ ਨਹੀਂ ਸਕਦੇ? ਰਾਈਟ, ਦੈਟਸ ਵੈਰੀ ਬਿਊਟੀਫੁਲ। ਜਦੋਂ ਤੁਸੀਂ ਲਾਈਨਸ ਦੇ ਵਿੱਚ ਖੜੇ ਸੀ, ਤੁਸੀਂ ਜ਼ਿਕਰ ਕੀਤਾ ਜਦੋਂ ਤੁਸੀਂ ਜਹਾਜ਼ ਦੇ ਉੱਤੇ ਗਏ ਸੀ, ਧੱਕਾ ਮੁੱਕੀ ਵੀ ਹੋਈ ਸੀਗੀ, ਲਾਈਕ ਪੈਨਿਕ ਅਟੈਕ ਸੀਗਾ? ਹਾਂਜੀ, ਨਹੀਂ ਧੱਕਾ ਮੁੱਕੀ ਤਾਂ ਨਹੀਂ ਹੋਈ, ਲੇਕਿਨ ਉਹ ਬੋਲ ਰਹੇ ਸੀ, ਉਹਨਾਂ ਨੂੰ ਬੋਲ ਰਹੇ ਸੀ ਜਿਹੜੇ ਕਿ ਮੂਹਰੇ ਜਿਹੜੇ ਵਿਚਾਰੇ ਕੰਮ ਕਰ ਰਹੇ ਸੀ ਨਾ, ਉਹਨਾਂ ਨੂੰ ਬੋਲ ਰਹੇ ਸੀ, ਧੱਕਾ ਮੁੱਕੀ ਨਹੀਂ ਹੋਈ। ਪਲੇਨ 'ਚ ਵੀ ਐਤਕੀ ਕੋਈ ਲੜਾਈ ਨਹੀਂ ਹੋਈ, ਬਹੁਤ ਵਧੀਆ ਸ਼ਰਾਬ ਵੰਡੀ ਗਈ ਹੈ, ਜਿੰਨੀ ਚਾਹੀ ਹੈ ਉਨੀ ਵਾਰੀ ਉਹਨਾਂ ਨੇ ਆ ਕੇ ਦਿੱਤੀ ਹੈ, ਜਿਨ੍ਹਾਂ ਨੇ ਚਾਹਿਆ ਪੀਤੀ ਹੈ। ਜਿਹੜਾ ਮੇਨ ਗੱਲ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਵੇਂ ਸਫਾਈ ਦੇ ਪ੍ਰਬੰਧ ਦੇ ਲਈ ਬਾਰ-ਬਾਰ ਉਹ ਆ ਰਹੀਆਂ ਸੀ ਸਾਡੇ ਕੋਲ 에ਅਰ ਹੋਸਟਸ, ਵੀ ਤੁਸੀਂ ਆਪਣੇ ਜਿਹੜਾ ਤੁਹਾਡਾ ਪੇਪਰ ਆ ਜਾਂ ਟਾਵਲ ਆ ਸਭ ਕੁਛ ਉਹ 'ਚ ਸੁੱਟੀ ਚੱਲੋ, ਤਾਂ ਵੀ ਸੀਟਾਂ ਦੇ ਥੱਲੇ ਜਦੋਂ ਅਸੀਂ ਲੰਘ ਕੇ ਆਏ ਆ, ਤਾਂ ਜਿਹੜਾ ਪਹਿਲਾਂ ਸੀ ਜਿਹੜਾ ਜਿਹਨੂੰ ਬਿਜ਼ਨਸ ਕਲਾਸ ਕਹਿੰਦੇ ਨੇ, ਉੱਥੇ ਵੀ ਲੋਕਾਂ ਨੂੰ ਬਿਠਾਇਆ ਗਿਆ ਸੀ, ਪਰ ਉੱਥੇ ਵੀ ਤੁਸੀਂ ਜੋ ਦੇਖੋ ਕਿ ਇੰਨੇ ਲੋਕਾਂ ਨੇ ਪੇਪਰ ਗੰਦ ਇੰਨਾ ਪਾਇਆ ਹੋਇਆ ਸੀ, ਸੋ ਦੇਖ ਕੇ ਅਫਸੋਸ ਹੁੰਦਾ ਹੈ ਕਿ ਪਰਮਾਤਮਾ ਨੇ ਤੁਹਾਨੂੰ ਡਿਸਟੈਂਸ ਦੇ ਨਾਲ ਸਫਾਈ ਦੇ ਨਾਲ ਇੰਨਾ ਕੁਛ ਸਿਖਾ ਦਿੱਤਾ ਕਿ ਸਭ ਕੁਛ ਉਹਨੇ ਬੰਦ ਕਰ ਦਿੱਤਾ, ਤੁਹਾਨੂੰ ਟਾਈਮ ਹੀ ਟਾਈਮ ਦੇਤਾ, ਪਰ ਕੀ ਤੁਹਾਡੇ ਕੋਲ ਟਾਈਮ ਨਹੀਂ ਕਿ ਆਪਣਾ ਇੱਕ ਕਲੀਨਿਕਸ ਪੇਪਰ ਨੂੰ ਤੁਸੀਂ ਉਹਨਾਂ ਨੂੰ ਵਾਪਸ ਦੇ ਸਕੋ, ਜਿਹੜੇ ਉਹ ਤੁਹਾਨੂੰ ਹੱਥ ਪੂੰਝਣ ਵਾਸਤੇ ਬਾਰ-ਬਾਰ ਦੇ ਕੇ ਜਾਂਦੀਆਂ ਨੇ। ਸੋ ਇਹਦੇ ਬਹੁਤ ਜ਼ਿਆਦਾ ਸ਼ਿਕਾਇਤ ਹੈ ਮੈਨੂੰ ਇਸ ਗੱਲ ਦੀ ਵੀ ਅਸੀਂ ਪਤਾ ਨਹੀਂ ਕਦੋਂ ਬਦਲਾਂਗੇ। ਮੈਂ ਵੀ ਉਹਨਾਂ 'ਚੋਂ ਹੀ ਹਾਂ, ਬਟ ਅਸੀਂ ਕਦੋਂ ਬਦਲਾਂਗੇ? ਵੈਰੀ ਗੁੱਡ ਪੁਆਇੰਟ।
ਜਿਹੜੇ ਤੁਸੀਂ ਕਹਿੰਦੇ ਸੀ ਤੁਸੀਂ ਵੀ ਮਾਸਕ ਪਾਇਆ ਸੀਗਾ ਅਤੇ ਮਾਸਕਸ ਦੇ ਕੋਈ ਪ੍ਰਬੰਧ ਉੱਥੇ ਹੈਂਡ ਸੈਨੀਟਾਈਜ਼ਰ ਇਹੋ ਜਿਹੀ ਚੀਜ਼ਾਂ ਪ੍ਰੋਵਾਈਡ ਕੀਤੀਆਂ ਗਈਆਂ ਸੀਗੀਆਂ? ਨਹੀਂ ਜੀ, ਉਹ ਆਪਣੀਆਂ ਸੀ ਸਭ ਦੀਆਂ, ਸਾਰਿਆਂ ਕੋਲ ਆਪਣੇ ਸਾਰਿਆਂ ਨੇ ਆਪਣੇ ਰੱਖੇ ਹੋਏ ਸੀ ਹੱਥ, ਹੈਂਡ ਸਭ ਕੁਛ ਸੀ, ਬਟ ਉਹ ਪੇਪਰ ਦੂਸਰੇ ਦੇ ਰਹੇ ਸੀ, ਜਿਵੇਂ ਵੈਟ ਟਾਵਲ ਤੁਹਾਨੂੰ ਦੇ ਰਹੇ ਸੀ ਹੱਥ ਸਾਫ਼ ਕਰਨ ਵਾਸਤੇ ਥੋੜੀ ਦੇਰ ਬਾਅਦ, ਜਦੋਂ ਤੁਸੀਂ ਰੋਟੀ ਤੋਂ ਪਹਿਲਾਂ ਵੀ ਸਾਰਾ ਕੁਝ ਖਾਣ ਤੋਂ ਪਹਿਲਾਂ ਉਹ ਤੁਹਾਨੂੰ ਦੇ ਰਹੇ ਸੀਗੇ। ਤੇ ਦੂਸਰੀ ਜਿਹੜੀ ਗੱਲ ਹੈਗੀ ਆ, ਮੇਰੇ ਕੋਲ ਟਾਈਮ ਨਾ ਹੋ ਜੇ, ਕੈਨੇਡਾ 'ਚ ਆ ਕੇ ਜ਼ਰੂਰ ਮੈਂ ਕਹਾਂਗੀ ਕਿ ਕੈਨੇਡਾ ਦੇ ਏਅਰਪੋਰਟ ਤੇ ਜ਼ਰੂਰ ਲੱਗਿਆ ਕਿ ਇੰਡੀਆ ਨਾਲੋਂ ਵੀ ਜ਼ਿਆਦਾ ਟਾਈਮ ਖਰਾਬ ਕਰਦੇ ਆ। ਸੋ ਇੱਕੋ ਹੀ ਗੱਲ ਨੂੰ ਬਾਰ-ਬਾਰ, ਜਿਹੜਾ 14 ਦਿਨ ਅਸੀਂ ਘਰੇ ਰਹਿਣਾ, ਸਾਨੂੰ ਪਤਾ ਹੈ ਕਿ ਅਸੀਂ 14 ਦਿਨ ਘਰੇ ਰਹਿਣਾ, ਉਹ ਇੱਕ ਵਾਰੀ ਵੀ ਖਤਮ ਹੋ ਸਕਦਾ ਹੈ। ਸੋ ਇਹਨੂੰ 3 ਜਗ੍ਹਾ ਤੇ ਵੰਡਿਆ ਗਿਆ। ਪਹਿਲਾਂ ਆਉਣ ਸਾਰ ਇੱਕ ਪੇਪਰ ਦਿੱਤਾ ਜਾਂਦਾ, ਉੱਥੇ ਪੇਪਰ ਸਾਰੇ ਭਰਦੇ ਆ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਥੱਲੇ ਉਤਰ ਕੇ ਆਏ ਆ, ਤਾਂ ਜਿੱਥੇ ਇਮੀਗ੍ਰੇਸ਼ਨ ਵਾਲੇ ਪਹਿਲਾਂ ਪੁੱਛਦੇ ਸੀ ਕਿੱਥੇ ਰਹਿ ਕੇ ਆਏ ਹੋ, ਕੀ ਲੈ ਕੇ ਆਏ ਹੋ, ਕੀ ਕੀਤਾ, ਕੀ ਖਾਧਾ ਪੀਤਾ, ਉਹਦੀ ਜਗ੍ਹਾ ਉਹੀ ਗੱਲ ਆਪ ਕਰ ਰਹੇ ਆ ਕਿ 14 ਦਿਨ ਤੁਸੀਂ ਐ ਰਹਿਣਾ, ਤੁਹਾਨੂੰ ਕਿਹਨੇ ਰੱਖਣਾ, ਘਰੇ ਕੌਣ ਆ, ਕੀ ਆ, ਉਹ ਗੱਲਾਂ ਪੁੱਛ ਰਹੇ ਆ। ਉੱਥੋਂ ਨਿਕਲ ਕੇ ਜਦੋਂ ਅਸੀਂ ਬੈਗ ਲੈ ਕੇ ਆਪਣੇ ਬਾਹਰ ਨਿਕਲੇ, ਤਾਂ ਮੈਂ ਉਸੇ ਵੇਲੇ ਘਰਦਿਆਂ ਨੂੰ ਫੋਨ ਕਰਤਾ ਕਿ ਮੂਹਰੇ ਗੱਡੀ ਲਗਾ ਲਓ, ਕਿ ਅਸੀਂ ਆ ਗਏ ਆ, ਵੀ ਮੇਰੀ ਗੱਡੀ ਮੂਹਰੇ ਲਾ ਦਿਓ, ਕਿਉਂਕਿ ਮੈਂ ਖੁਦ ਡਰਾਈਵ ਕਰਕੇ ਆਉਣੀ ਸੀ ਤੇ ਮੈਂ ਨਹੀਂ ਸੀ ਚਾਹੁੰਦੀ ਕਿ ਮੇਰੇ ਬੱਚੇ ਵੀ 14 ਦਿਨ ਮੇਰੇ ਨਾਲ ਹੀ ਰਹਿਣ, ਤੇ ਮੈਂ ਆਪਣੀ ਡਰਾਈਵ ਖੁਦ ਕਰਕੇ ਆਈ ਆ। ਤੇ ਉਹਨਾਂ ਨੂੰ ਕਿਹਾ ਗੱਡੀ ਲਾ ਦਿਓ। ਉਹਨਾਂ ਨੇ, ਜਦੋਂ ਅਸੀਂ ਬਾਹਰ ਨਿਕਲੇ ਤਾਂ 250 ਦੀ ਲਾਈਨ ਫੇਰ ਲੱਗੀ ਹੋਈ ਸੀ। ਤੇ ਜਦੋਂ ਉੱਥੇ ਉਹਨਾਂ ਨੂੰ ਪੁੱਛਿਆ ਗਿਆ ਇਹ ਕੀ ਹੈ, ਇਹ ਵੀ ਸੇਮ ਹੀ ਹੈ ਜੀ, ਜਿਹੜਾ ਨੰਬਰ ਤੁਸੀਂ ਇੰਡੀਆ ਦੇ ਵਿੱਚੋਂ ਲੈ ਕੇ ਆਏ ਹੋ COVID-19 ਦਾ, ਸੇਫਟੀ ਦਾ, ਉਹਦਾ ਨੰਬਰ ਸਾਨੂੰ ਉੱਥੇ ਮਿਲ ਗਿਆ ਸੀ, ਜਿਹੜਾ ਕਿ ਅਸੀਂ ਭਰ ਕੇ ਆਏ ਸੀ ਫਾਰਮ। ਉਹ ਨੰਬਰ ਦੇਣ ਦੇ ਲਈ ਸਾਨੂੰ ਜਾ ਕੇ ਖੜਨਾ ਪੈਣਾ ਸੀ ਲਾਈਨਾਂ ਦੇ ਵਿੱਚ। ਜਦੋਂ ਨੰਬਰ ਜਾ ਕੇ ਅੱਗੇ ਦਿੱਤਾ ਗਿਆ ਤਾਂ ਉਹੀ ਗੱਲਾਂ ਉਹਨਾਂ ਨੇ ਫਿਰ ਸੇਮ ਸਾਨੂੰ ਪੇਪਰ ਦੇ ਕੇ ਪੰਜਾਬੀ ਦੇ ਵਿੱਚ ਐਕਸਪਲੇਨ ਕੀਤੀਆਂ, 14 ਦਿਨ ਬਾਹਰ ਰਹਿਣਾ, ਸਾਨੂੰ 7 ਲੱਖ ਦਾ ਜੁਰਮਾਨਾ ਹੋ ਜਾਊਗਾ। ਉੱਥੇ ਮੈਂ ਥੋੜਾ ਜਿਹਾ ਗੋਰੇ ਨੂੰ ਕਿਹਾ, ਮੈਂ ਕਿਹਾ ਮਾਈ ਗਾਡ, ਮੈਂ ਕਿਹਾ ਕਿੰਨੀ ਵਾਰੀ, ਮੈਂ ਕਿਹਾ ਆਲਰੇਡੀ ਮੇਰੇ ਕੰਨ ਸਾਡੇ ਪੱਕ ਚੁੱਕੇ ਨੇ 2 ਮਹੀਨਿਆਂ ਦੇ COVID-19 ਬਾਰੇ ਸੁਣ ਕੇ ਅਸੀਂ ਸੋਚਿਆ ਸੀ ਕਿ ਅਸੀਂ ਆਪਣੀ ਕੰਟਰੀ 'ਚ ਜਾਵਾਂਗੇ, ਸਾਡੀ ਕੰਟਰੀ 'ਚ ਇੱਕੋ ਵਾਰੀ ਇੱਕ ਫਾਰਮ ਲੈਣਗੇ, ਅਸੀਂ ਫਾਰਮ ਭਰਿਆ ਹੋਇਆ, ਸਾਨੂੰ ਲਾਈਕ ਅਸੀਂ ਬਾਹਰ ਨਿਕਲ ਜਾਾਂਗੇ 2 ਮਿੰਟ ਦੇ ਵਿੱਚ। ਕਿਉਂਕਿ ਮੇਰੀ ਨੌਰਾਣੀ ਆਈ ਸੀ ਜੀ 22 ਨੂੰ, ਤੇ ਉਹਨੂੰ ਸਗੋਂ ਉਹ ਪਹਿਲੀ ਵਾਰੀ ਆਈ ਹੈ ਕੈਨੇਡਾ 'ਚ, ਉਦੋਂ 22 ਨੂੰ ਕੁਝ ਵੀ ਨਹੀਂ ਉਹਨੂੰ ਪੁੱਛਿਆ ਗਿਆ, ਸਿਰਫ ਉਹਨੇ ਇੱਕ ਫਾਰਮ ਦਿੱਤਾ ਗਿਆ ਉਹਨੂੰ, ਤੇ ਉਹ 5 ਮਿੰਟ 'ਚ ਬਾਹਰ ਆ ਗਈ। ਤੇ ਉਹਨੇ ਮੈਨੂੰ ਦੱਸਿਆ ਕਰਕੇ ਉਹੀ ਜਿਹਾ ਮੇਰੇ ਦਿਮਾਗ 'ਚ ਸੀ। ਪਰ ਉੱਥੇ ਜ਼ਰੂਰ ਵਿਚਾਰੇ ਬਜ਼ੁਰਗ ਥੱਕ ਚੁੱਕੇ ਸੀ। ਅਸੀਂ ਸਵੇਰ ਦੇ ਘਰ ਤੋਂ 10 ਵਜੇ ਤੁਰੇ ਹੋਏ ਆ, ਦੇਖੋ ਹਨਾ, ਤੇ 10 ਵਜੇ ਤੋਂ ਲੈ ਕੇ ਅਗਲੇ ਦਿਨ ਵੀ ਸਵੇਰ ਦੇ 3:30 ਵਜੇ ਮਾਰਨਿੰਗ ਟਾਈਮ ਤੁਸੀਂ ਉਹੀ ਕਰੋਨਾ ਨੂੰ ਬਾਰ-ਬਾਰ 14 ਦਿਨਾਂ ਨੂੰ 7 ਲੱਖ ਦਾ ਤੁਹਾਨੂੰ ਫਾਈਨ ਹੋ ਜਾਊਗਾ, 3 ਮਹੀਨੇ ਦੀ ਤੁਹਾਨੂੰ ਜੇਲ੍ਹ ਹੋ ਜਾਊਗੀ, ਕਿਵੇਂ ਤੁਹਾਨੂੰ ਪਤਾ ਲੱਗਿਆ, ਕਿਹਨੇ ਤੁਹਾਨੂੰ ਦੱਸਿਆ, ਉਹ ਸਵਾਲ ਸਾਨੂੰ ਪੁੱਛੇ ਜਾ ਰਹੇ ਸੀ ਆਪਣੇ ਏਅਰਪੋਰਟ ਤੇ, ਕੈਨੇਡਾ ਦੇ ਏਅਰਪੋਰਟ ਤੇ। ਉਹਦਾ ਨਹੀਂ ਮੈਨੂੰ ਮਤਲਬ ਸਮਝ ਆਇਆ। ਜੈਜ਼, ਹੁਣ 14 ਦਿਨ ਤੁਸੀਂ ਆਈਸੋਲੇਸ਼ਨ ਵਿੱਚ ਰਹੋਗੇ, ਕਿਵੇਂ ਤੁਸੀਂ ਆਪਣਾ ਹੁਣ ਇਹ ਜਿਹੜਾ ਟਾਈਮ ਆ ਪਾਸ ਕਰਨਾ ਹੈ? ਤੁਸੀਂ ਹੁਣ ਜੇ ਦੇਖੋ ਤੇ ਮੈਂ ਇਸ ਰੂਮ ਮੈਂ ਮੇਰੇ ਕੋਲ ਪੂਰੀ ਸਾਈਡ ਦੀ ਇੱਕ ਬੇਸਮੈਂਟ, ਥੈਂਕ ਗॉड ਪਰਮਾਤਮਾ ਦਾ ਕਿ ਖਾਲੀ ਹੈਗੀ ਆ। ਉਹਦੇ 'ਚ ਮੇਰਾ ਯੋਗਾ ਮੈਟ ਲੱਗਿਆ ਹੋਇਆ। ਕੱਲ ਮੈਂ ਆਲਰੇਡੀ 7 ਤੋਂ 9 ਵਜੇ ਤੱਕ ਆਪਣੀ ਯੋਗਾ ਦੀ ਕਲਾਸ ਕਰ ਲਈ ਹੈ। ਸਵੇਰੇ ਮੈਂ 2 ਤੋਂ 5:30 ਵਜੇ ਤਾਈਂ ਮੈਡੀਟੇਸ਼ਨ ਕਰਦੀ ਆ, ਉਹ ਮੈਂ ਉੱਠ ਕੇ ਕਰ ਲਈ ਆ, ਨਹਾ ਲਈ ਆ, ਪਰੌਠਾ ਮੇਰੇ ਮੂਹਰੇ ਆ ਗਿਆ, ਸੋ ਚਾਹ ਦਾ ਕੱਪ ਮੇਰੇ ਮੂਹਰੇ ਭਰਿਆ ਹੋਇਆ, ਬੱਚਿਆਂ ਨੇ ਲਿਆ ਕੇ ਰੱਖਿਆ, ਮਾਮ ਯੂ ਆਰ ਕਿਊਨ, ਸੋ ਦੈਟਸ ਸੋ ਸਵੀਟ। ਸੋ ਬਹੁਤ ਲਾਈਕ ਕੋਈ ਵੀ ਤਕਲੀਫ ਨਹੀਂ ਨਾ, ਰਿਸ਼ਤੇਦਾਰਾਂ ਤੋਂ ਇੰਡੀਆ 'ਚ ਆਈ ਹੈ ਜੀ, ਬਹੁਤ ਟਾਈਮ ਸਿਰ ਤਿੰਨੋਂ ਟਾਈਮ ਰੋਟੀ ਮਿਲਦੀ ਰਹੀ ਆ। ਆਂਢਣਾ ਗੁਆਂਢਣਾ ਵੀ 6 ਮੀਲ ਦੀ ਦੂਰੀ ਤੇ ਖੜ ਕੇ ਹੈਲੋ ਬਾਏ ਕਰ ਜਾਂਦੀਆਂ ਸੀ। ਸੋ ਬਹੁਤ ਬਹੁਤ ਚੰਗਾ ਮਾਹੌਲ ਸੀ, ਬਹੁਤ ਰਿਸ਼ਤੇਦਾਰ ਚੰਗੇ ਸੀ, ਸਭ ਕੁਝ ਬਹੁਤ ਵਧੀਆ ਸੀ। ਘਰ 'ਚ ਹੁਣ ਆਏ ਆ ਤਾਂ ਬੱਚੇ ਬਹੁਤ ਚੰਗੇ ਆ, ਬੱਚੇ ਰੋਟੀ ਟਾਈਮ ਸਿਰ ਦੇ ਰਹੇ ਆ। ਕੱਲ ਦੀ ਮੈਂ ਆਈ ਹੋਈ ਆ, ਸੋ ਅੱਜ ਬਟ ਬਹੁਤ ਵਧੀਆ ਟਾਈਮ ਲੰਘ ਰਿਹਾ। ਸਿਰਫ ਜਿਹੜੇ 14 ਦਿਨ ਆ ਜਿਹੜੇ ਮੈਂ ਮਿਸ ਕਰਦੀ ਸੀ, ਚੈਨਲ ਪੰਜਾਬੀ ਨੂੰ ਮੈਂ ਥੈਂਕ ਯੂ ਕਰਦੀ ਹਾਂ ਦਿਲੋਂ। ਆਈ ਵਾਂਟ ਟੂ, ਕਿ ਮੈਂ ਸਿਰਫ ਮਿਸ ਕਰਦੀ ਆਪਣੇ ਵੀਡੀਓ ਨੂੰ, ਆਪਣੀਆਂ ਬੇਸ਼ੱਕ ਮੇਰਾ ਵਿਜ਼ਨ ਟੀਵੀ ਤੇ ਪ੍ਰੋਗਰਾਮ ਉੱਥੋਂ ਬਣਾ ਕੇ ਭੇਜ ਦਿੱਤਾ, ਪਰ ਇੱਥੇ ਮੈਂ ਰੇਡੀਓ ਤੇ ਜਾਣਾ ਚਾਹੁੰਦੀ ਹਾਂ, ਇੱਥੇ ਮੈਂ ਟੀਵੀ ਤੇ ਜਾਣਾ ਚਾਹੁੰਦੀ ਹਾਂ। ਤੁਸੀਂ ਅੱਜ ਪੂਰਾ ਕਰਤਾ। ਆਈ ਐਮ ਸੋ ਹੈਪੀ, ਸੋ ਗਲੈਡ, ਸੋ ਗਲੈਡ। We're so happy to have you back. Yeah, thank you so much. ਤੁਸੀਂ ਟਾਈਮ ਕੱਢ ਕੇ, ਸਾਨੂੰ ਪਤਾ you're still tired and frustrated, ਪਰ ਤੁਸੀਂ ਟਾਈਮ ਕੱਢ ਕੇ ਸਾਡੇ ਨਾਲ ਗੱਲਬਾਤ ਕੀਤੀ ਹੈ। ਧੰਨਵਾਦ ਤੁਹਾਡਾ ਬਹੁਤ ਬਹੁਤ। ਇੱਕ ਗੱਲ ਜਾਂਦੀ ਕਹਿ ਸਕਦੀ ਆ ਜੀ ਬਿਲਕੁਲ, ਇੱਕ ਗੱਲ ਕਹਿ ਸਕਦੀ ਹੈ 1 ਮਿੰਟ ਸਿਰਫ, ਕਿ ਮੈਂ ਕਹਾਂਗੀ ਕਿ ਜੇ ਕਿਤੇ ਲਾਈਨ ਇਸ ਗੱਲ ਦੀ ਲੱਗ ਜੇ ਨਾ ਕਿ COVID-19 'ਚ ਪਹਿਲਾਂ ਕਿੰਨੇ ਜਾਣਾ ਅੱਗੇ ਪ੍ਰਮਾਤਮਾ ਕੋਲੇ, ਤਾਂ ਮੈਨੂੰ ਲੱਗਦਾ ਲਾਈਨ 'ਚ ਕੋਈ ਵੀ ਪਹਿਲਾਂ ਨਾ ਲੱਗੇ। ਪਰ ਜਦੋਂ ਅਸੀਂ ਲੜਦੇ ਹਾਂ ਲਾਈਨਾਂ ਪਿੱਛੇ ਲੜਨਾ ਬੰਦ ਕਰੋ, ਕਿਉਂਕਿ ਪ੍ਰਮਾਤਮਾ ਨੇ ਉਹ ਲਾਈਨਾਂ ਲਾ ਦਿੱਤੀਆਂ ਕਿ ਜਿਹਦੇ ਵਿੱਚ ਅਸੀਂ ਜੇ ਮੂਹਰੇ ਖੜਾਂਗੇ ਤਾਂ ਮੂਹਰੇ ਹੀ ਜਾਵਾਂਗੇ। ਸੋ ਜਿੱਥੇ ਵੀ ਜਗ੍ਹਾ ਮਿਲਦੀ ਆ, ਜਿੱਥੇ ਵੀ ਮਿਲਦਾ, ਘਰ ਦਾ ਇਹ 14 ਦਿਨ ਦਾ ਜਿਹੜਾ ਡਿਸਟੈਂਸ ਹੈ ਇਹਨੂੰ ਘਰੇ ਰੱਖੋ, ਪਿਆਰ ਨਾਲ ਰਹੋ, ਲਾਈਕ ਯੋਗਾ ਕਰੋ, ਮੈਡੀਟੇਸ਼ਨ ਕਰੋ, ਰੱਬ ਨੂੰ ਯਾਦ ਕਰੋ। ਇਸ ਵੇਲੇ ਸਿਰਫ ਉਹਨੂੰ ਯਾਦ ਕਰਨ ਦਾ ਟਾਈਮ ਆ। ਬਹੁਤ ਬਹੁਤ ਧੰਨਵਾਦ ਚੈਨਲ ਪੰਜਾਬੀ ਦਾ। I love you, ਸਾਰਿਆਂ ਨੂੰ love. Thank you. Thank you so much, Jazz ਜੀ। When this is over, ਤੁਹਾਨੂੰ ਅਸੀਂ ਜ਼ਰੂਰ ਮਿਲਦੇ ਹਾਂ, ਸੋ ਟੇਕ ਕੇਅਰ। ਇਹ ਸੀ ਜੈਜ਼ ਗਿੱਲ ਜੋ ਕਿ ਸਾਡੇ ਨਾਲ ਜੁੜੇ ਸੀਗੇ ਇੱਥੇ
ਲਾਈਵ ਫਰਮ ਸਰੀ ਜੋ ਕਿ ਇਸ ਵੇਲੇ ਕੁਆਰੰਟੀਨ ਦੇ ਵਿੱਚ ਹਨ 14 ਦਿਨ ਦੀ ਆਈਸੋਲੇਸ਼ਨ ਹੈ। ਸੋ ਤੁਸੀਂ ਕਾਫੀ ਇਹਨਾਂ ਦਾ ਪੱਖ ਸੁਣਿਆ ਕਿ ਕੀ ਮੁਸ਼ਕਲਾਂ ਨੂੰ ਆਈਆਂ। ਕਹਿੰਦੇ ਵੀ ਪੰਜਾਬ ਵਿੱਚ ਇੰਨੀ ਜ਼ਿਆਦਾ ਨਹੀਂ ਸੀ, ਪਲੇਨ ਦੇ ਵੀ ਜਿਹੜਾ ਮਾਹੌਲ ਵਧੀਆ ਸੀਗੀ। ਹਾਂ ਜ਼ਰੂਰ ਲੋਕ ਪੈਨਿਕ ਤਾਂ ਬਹੁਤ ਹੋਏ ਸੀਗੇ, ਪਰ ਥੋੜ੍ਹਾ ਜਿਹਾ ਸਾਨੂੰ ਫਰਸਟ੍ਰੇਸ਼ਨ ਕੈਨੇਡਾ ਦੇ ਵਿੱਚ ਹੋਈ ਆ ਕਰਕੇ ਜਿਹੜੇ ਅਥੋਰਿਟੀਜ਼ ਵਾਰ-ਵਾਰ ਸਾਨੂੰ ਲਾਈਨ ਅਪ ਦੇ ਵਿੱਚ ਖੜਾਉਂਦੇ ਸੀਗੇ, ਉਹੀ ਗੱਲਾਂ ਪੁੱਛਦੇ ਸੀ, ਉਹੀ ਫੋਰਮ ਲੈ ਕੇ। ਸੋ ਇੱਕ ਇਹ ਵੀ ਹੋ ਜਾਂਦਾ ਵੀ ਥੋੜ੍ਹਾ ਜਿਹਾ ਥਕਾ ਵੀ ਹੁੰਦਾ ਆ, ਫਰਸਟ੍ਰੇਸ਼ਨ ਵੀ ਹੁੰਦੀ ਆ। ਪਰ ਸ਼ੀ ਇਜ਼ ਹੈਪੀ ਟੂ ਬੀ ਹੋਮ ਐਂਡ ਵੀ ਵੈਲਕਮ ਹਰ ਬੈਕ ਐਂਡ ਜਿਹਨੇ ਵੀ ਵਾਪਸ ਉੱਥੋਂ ਆ ਰਿਹਾ। ਸੋ ਹੁਣ ਆਪਾਂ ਬਾਹਲੀ ਦੇਰ ਨਾਲ ਲਾਉਂਦੇ ਹੋਏ ਅੰਮ੍ਰਿਤ ਪੱਟੀ ਨੂੰ ਸ਼ੋਅ ਵਿੱਚ ਤੁਹਾਡਾ ਸ਼ਾਮਲ ਕਰਦੇ ਹਾਂ। ਥੋੜ੍ਹੀ ਜਿਹੀ ਜਿਹੜੇ ਹੋਰ ਬਾਕੀ ਹੈਡਲਾਈਨਸ ਆ ਅਤੇ ਇਹਦੇ ਬਾਰੇ ਵੀ ਆਪਾਂ ਥੋੜ੍ਹਾ ਡਿਸਕਸ ਕਰਦੇ ਹਾਂ। ਸੋ ਆਓ ਆਪਾਂ ਰਲ ਕੇ ਸਵਾਗਤ ਕਰੀਏ ਅੰਮ੍ਰਿਤ ਗੁੱਡ ਮਾਰਨਿੰਗ ਸੁਖੀ ਤੇ ਚੈਨਲ ਪੰਜਾਬੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ। ਅੰਮ੍ਰਿਤ ਤੁਸੀਂ ਸੁਣ ਰਹੇ ਹੋਣੇ ਆ ਸਾਡੀ ਇੰਟਰਵਿਊ ਜਾਜ਼ ਗਿੱਲ ਦੇ ਨਾਲ, ਜੋ ਕਿ ਕੱਲ੍ਹ ਹੀ ਇੰਡੀਆ ਤੋਂ ਵਾਪਸ ਆਏ ਆ। That's right. ਸੋ ਕਾਫੀ ਕੁਛ ਉਹਨਾਂ ਨੇ ਸਾਨੂੰ ਦੱਸਿਆ ਕਿ ਇੰਡੀਆ ਦੇ ਵਿੱਚ ਪਰਮਿਟ ਲੈਣ ਨੂੰ ਥੋੜ੍ਹੀ ਜਿਹੀ ਉਹਨਾਂ ਦੀ ਪ੍ਰੋਬਲਮ ਪਈ, ਜਿਹੜਾ ਕਿਸੇ ਨੇ ਵੇਖਿਆ ਵੀ ਨਹੀਂ। ਰਾਹ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਇਆ, ਕਿਉਂਕਿ ਆਪਾਂ ਪਹਿਲਾਂ ਵੀ ਸੁਣਦੇ ਸੀ ਵੀ ਕਈ ਥਾਵਾਂ 'ਤੇ ਚੈੱਕ ਪੁਆਇੰਟਸ ਲੱਗੀਆਂ ਹੋਈਆਂ ਨੇ, ਡਿਫਰੈਂਟ ਆਲਟਰਨੇਟਿਵ ਰੂਟਸ ਲੈਣੀਆਂ ਪੈਂਦੀਆਂ, ਕਹਿੰਦੇ ਉਹ ਹੈ ਨਹੀਂ ਸੀਗੀਆਂ। ਉੱਥੇ ਥੋੜ੍ਹੀ ਜਿਹੀ ਫਰਸਟ੍ਰੇਸ਼ਨ ਆਈ ਆ। ਏਅਰਪੋਰਟ 'ਤੇ ਸਾਰੇ ਆਬਵੀਅਸਲੀ ਡਰੇ ਹੋਏ ਸੀ, ਥੋੜ੍ਹੀ ਜਿਹੀ ਮਦਦ ਘੱਟ ਮਿਲੀ ਆ, ਜਿਹੜੇ ਖਾਸ ਕਰਕੇ ਜਿਹੜੇ ਡਿਸੇਬਲਡ ਜਾਂ ਹੈਂਡੀਕੈਪਡ ਜਾਂ ਜਿਹੜੇ ਐਲਡਰਲੀ ਸੀਗੇ। ਐਂਡ ਬਾਕੀ ਜਹਾਜ਼ ਦਾ ਮਾਹੌਲ ਬਹੁਤ ਵਧੀਆ ਸੀ, ਸੋਸ਼ਲ ਡਿਸਟੈਂਸਿੰਗ ਉੱਥੇ ਸੀਗੀ। ਥੋੜ੍ਹੀ ਜਿਹੀ ਇਹ ਪ੍ਰੋਬਲਮ ਸੀਗੀ ਕਿ ਜਿਹੜੇ ਸਾਡੇ ਲੋਕ ਆ ਹਾਲੇ ਵੀ ਗਾਰਬੇਜ ਨੂੰ ਲੈ ਕੇ ਆਪਣੇ ਪਿੱਛੇ ਜਿਹੜੇ ਕਲੀਨ ਅਪ ਨਹੀਂ ਕਰ ਰਹੇ, ਇਨ ਸਿਚੁਏਸ਼ਨਸ ਲਾਈਕ ਦਿਸ, ਇਹ ਪ੍ਰੋਬਲਮਸ ਉਹਨਾਂ ਨੇ ਦੇਖੀਆਂ ਆ। ਬਾਕੀ ਓਵਰ ਰਿਪੀਟਿਵਨੈਸ ਏਅਰਪੋਰਟ 'ਤੇ ਆ ਕੇ, ਵਿਚ ਆਈ ਥਿੰਕ ਇਜ਼ ਅ ਗੁੱਡ ਥਿੰਗ, ਵਧੀਆ ਵੀ ਗੱਲ ਹੈ, ਵੈਰੀ ਗੁੱਡ ਥਿੰਗ। ਬਟ ਸੁਖੀ ਜੀ ਆਪਾਂ ਇਹਦੀ ਥੋੜ੍ਹੀ ਜਿਹੀ ਬੈਕ 'ਤੇ ਚੱਲਦੇ ਹਾਂ ਨਾ। ਹੁਣ ਮਿਸਟਰ ਟਰੂਡੋ ਨੇ ਸਭ ਤੋਂ ਪਹਿਲਾਂ ਇਹ ਅਨਾਊਂਸ ਕੀਤਾ ਸੀ ਵੀ ਜਿੰਨੀ ਵੀ ਸਾਰੀ ਦੁਨੀਆ ਦੇ ਵਿੱਚ ਲੋਕ ਬੈਠੇ ਨੇ ਘਰੋਂ ਘਰੀ, ਉਹ ਵਾਪਸ ਘਰੇ ਆ ਜਾਣ ਜੀ। ਵਾਪਸ ਘਰੇ ਆ ਕੇ ਸਾਡੇ ਕੋਲੇ ਤੁਸੀਂ ਇਹ ਦੱਸੋ ਵੀ ਜਿੱਥੇ ਵੀ ਤੁਸੀਂ ਹੈਗੇ ਹੋ, ਜਹਾਜ਼ ਜਿਹੜੇ ਨੇ, ਬਹੁਤ ਸਾਰੇ ਜਹਾਜ਼ 25,000 ਲੋਕਾਂ ਨੂੰ ਚੱਕਣ ਵਾਸਤੇ, ਉਹਨਾਂ ਨੂੰ ਘਰੇ ਵਾਪਸ ਲੈ ਕੇ ਆਉਣ ਨੂੰ, ਕੈਨੇਡਾ ਵਾਪਸ ਲੈ ਕੇ ਆਉਣ ਨੂੰ ਭੇਜੇ ਗਏ ਸੀ। ਔਰ ਬਹੁਤ ਦੇਰ ਤੱਕ ਸੁਖੀ ਜਿਹੜੀ ਏਅਰ ਕੈਨੇਡਾ ਹੈ, ਵੈਸਟ ਜੈਟ ਹੈ, ਹੋਰ ਬਾਕੀ ਸਾਰੇ ਜਿਹੜੇ ਏਅਰਲਾਈਨਸ ਨੇ ਨਾ, ਉਹਨਾਂ ਨੇ ਇਹ ਕੰਮ ਕੀਤਾ ਕਿ ਉਹ ਜਗ੍ਹਾ ਤੋਂ ਵੱਖਰੀਆਂ ਕੰਟਰੀਜ਼ ਤੋਂ ਜਹਾਜ਼ ਲੈ ਕੇ ਆਏ। ਲੇਕਿਨ ਉਸ ਤੋਂ ਬਾਅਦ ਜਦੋਂ ਮਾਰਚ 22 ਨੂੰ ਇੰਡੀਆ ਨੇ ਕਹਿਤਾ ਵੀ ਸਾਡਾ ਏਅਰ ਸਪੇਸ ਬੰਦ ਹੈ, ਸਾਡੇ ਇੱਥੇ ਕੋਈ ਜਹਾਜ਼ ਨਹੀਂ ਆ ਸਕਦਾ, ਉਹਦਾ ਮਤਲਬ ਇਹ ਸੀ ਵੀ ਜੇ ਹੁਣ ਏਅਰ ਕੈਨੇਡਾ ਦਾ ਜਹਾਜ਼ ਇੱਥੋਂ ਜਾਂਦਾ ਹੈ, ਉਹਦੇ ਜਿਹੜੇ ਜਿੰਨੇ ਵੀ ਕਰੂ ਮੈਂਬਰ ਨੇ ਉਹ ਏਅਰਪੋਰਟ ਤੋਂ ਬਾਹਰ ਨਹੀਂ ਨਿਕਲ ਸਕਦੇ। ਸੋ ਜੇ ਇੰਨੀ ਲੰਬੀ ਫਲਾਈਟ ਉਹ ਲੈ ਕੇ ਜਾਣਗੇ ਤਾਂ ਉਹ ਰੈਸਟ ਵੀ ਨਹੀਂ ਕਰ ਸਕਦੇ। ਸੋ ਉਹਨਾਂ ਸਾਰਿਆਂ ਨੇ ਆਪਣਾ ਬੰਦ ਕਰਤਾ ਵੀ ਅਸੀਂ ਨਹੀਂ ਜਾਵਾਂਗੇ। ਹੁਣ ਉਹਨਾਂ ਨੇ ਕੀ ਕੀਤਾ ਹੈਗਾ ਕਿ ਬਾਕੀ ਜਿਵੇਂ ਕਤਾਰ ਵਰਗੀਆਂ ਏਅਰਲਾਈਨਸ ਹੈ ਨਾ, ਉਹ ਸਾਰੀਆਂ ਏਅਰਲਾਈਨਸ ਨੂੰ ਕਿਹਾ ਹੈਗਾ 21 ਚਾਰਟਰ ਫਲਾਈਟਸ ਉਹਨਾਂ ਨੇ ਜਿਹੜੇ ਬੁੱਕ ਕੀਤੇ ਨੇ 4000 ਲੋਕ ਇੰਡੀਆ ਤੋਂ ਲੈ ਕੇ ਆਉਣ ਵਾਸਤੇ। 21 ਫਲਾਈਟਸ। ਪਹਿਲੀ ਗੱਲ ਤਾਂ ਇਹ ਹੈ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਲੋਕ ਸੀ ਉੱਥੇ ਜਿਨ੍ਹਾਂ ਨੇ ਇਹ ਸਾਰੀ ਗੱਲਬਾਤ ਕੀਤੀ ਜੀ। ਠੀਕ ਹੈ, ਮੰਨਿਆ ਕਿ ਉਹ ਇਸ ਟਾਈਮ ਦੇ ਵਿੱਚ ਜਿਹੜੀਆਂ ਪ੍ਰਾਈਸਿਸ ਵੀ ਜ਼ਿਆਦਾ ਨੇ, ਬਟ ਦ ਥਿੰਗ ਇਜ਼ ਬਹੁਤ ਸਾਰੀਆਂ ਏਅਰਲਾਈਨਸ ਆਲਰੇਡੀ ਇਹ ਕਹਿ ਰਹੀਆਂ ਨੇ ਅਸੀਂ ਜੀ ਵਿਚਲੀ ਸੀਟ ਕੱਢ ਦਿਆਂਗੇ, ਅਸੀਂ ਜੀ ਇਸ ਤਰ੍ਹਾਂ ਕਰਕੇ ਸੋਸ਼ਲ ਡਿਸਟੈਂਸਿੰਗ ਕਰਾਂਗੇ। ਕਿ ਜੈਜ਼ ਗਿੱਲ ਜੀ ਨੇ ਇਹ ਨਹੀਂ ਦੱਸਿਆ ਹੈਗਾ ਕਿ ਸਾਰੇ ਦਾ ਸਾਰਾ ਜਹਾਜ਼ ਭਰਿਆ ਹੋਇਆ ਸੀ ਜੀ, ਬਿਲਕੁਲ ਇੱਕ ਵੀ ਸੀਟ ਉਹਦੇ ਵਿੱਚ ਖਾਲੀ ਨਹੀਂ ਸੀ। ਜੇ ਇੱਕ ਵੀ ਸੀਟ ਖਾਲੀ ਨਹੀਂ ਹੈਗੀ ਤਾਂ ਮੇਰੇ ਨਾਲ ਜਿਹੜਾ ਵਿਅਕਤੀ ਬੈਠਾ ਉਹ 6 ਫੁੱਟ ਦੂਰ ਤੇ ਨਹੀਂ ਹੈ। ਬਿਲਕੁਲ, there is no social distancing, there is no social distancing। ਬਹੁਤ ਸਾਰੇ ਲੋਕਾਂ ਦੇ ਮਾਸਕ ਪਾਏ ਸੀ। ਉਹਨਾਂ ਨੇ ਇਹ ਵੀ ਦੱਸਿਆ ਹੋਣਾ ਕਿ ਕਿਸੇ ਨੂੰ ਜਿਹੜੀ ਏਅਰਲਾਈਨਸ ਹੈ ਉਹ ਮਾਸਕ ਪ੍ਰੋਵਾਈਡ ਨਹੀਂ ਕਰ ਰਹੀਆਂ, ਕਿਸੇ ਨੂੰ ਏਅਰਲਾਈਨਸ ਜਿਹੜੀਆਂ ਨੇ ਉਹ ਹੈਂਡ ਸੈਨੀਟਾਈਜ਼ਰ ਪ੍ਰੋਵਾਈਡ ਨਹੀਂ ਕਰ ਰਹੀਆਂ। ਔਰ ਜਿਹੜੀ ਉੱਥੇ ਜਿਹੜੀਆਂ ਵੀ ਏਅਰ ਹੋਸਟਸ ਨੇ ਉਹ ਹਰੇਕ ਨੂੰ ਉਸੇ ਹਿਸਾਬ ਨਾਲ ਖਾਣਾ ਦਿੰਦੀਆਂ ਵੀ ਨੇ ਤੇ ਚੱਕਦੀਆਂ ਵੀ ਨੇ। ਉੱਥੇ ਵੀ ਕੋਈ ਬਹੁਤ ਜ਼ਿਆਦਾ ਸੋਸ਼ਲ ਡਿਸਟੈਂਸਿੰਗ ਵਾਲੀ ਕੋਈ ਵੱਡੀ ਗੱਲ ਨਹੀਂ ਕੀਤੀ ਜਾ ਰਹੀ ਹੈਗੀ। ਉਸ ਤੋਂ ਬਾਅਦ ਏਅਰਪੋਰਟ ਤੇ ਇਹ ਲੋਕ ਪਹੁੰਚੇ। ਏਅਰਪੋਰਟ ਤੇ ਯੈਸ ਦੇ ਵਰ ਟਾਇਰਡ, ਯੈਸ ਅਦਰ ਥਿੰਗ ਇਜ਼ ਕਿ ਇਹਨਾਂ ਨੂੰ ਸਾਰੀਆਂ ਅਥਾਰਟੀਜ਼ ਕਹਿ ਰਹੀਆਂ ਹੈਗੀਆਂ ਕਿ ਤੁਹਾਨੂੰ ਆਹ ਵਾਲੀਆਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ। 14 ਦਿਨ ਤੁਸੀਂ ਬਾਹਰ ਨਹੀਂ ਜਾਣਾ, ਤੁਹਾਨੂੰ ਸਜ਼ਾ ਹੋ ਸਕਦੀ ਹੈ, ਜੋ ਵੀ ਹੈ ਠੀਕ ਹੈ। ਲੇਕਿਨ ਕੀ ਅਥਾਰਟੀਜ਼ ਹੁਣ ਇਹਨਾਂ ਦੇ ਘਰੇ ਚੈੱਕ ਕਰਨ ਆਉਣਗੇ? ਨੋ। ਬਹੁਤ ਸਾਰੇ ਲੋਕ ਜਿਹੜੇ ਹੁਣ ਬਾਹਰੋਂ ਆ ਰਹੇ ਨੇ ਨਾ ਸੁਖੀ, ਅੱਜ ਜੈਜ਼ ਗਿੱਲ ਜੀ 14 ਦਿਨਾਂ ਵਾਸਤੇ ਘਰੇ ਨੇ ਐਂਡ ਆਈ ਐਮ ਸ਼ੋਰ ਕਿ ਉਹ ਘਰੇ ਰਹਿਣਗੇ। ਲੇਕਿਨ ਬਹੁਤ ਸਾਰੇ ਹੋਰ ਲੋਕਾਂ ਦਾ ਤਾਂ ਨਹੀਂ ਪਤਾ। ਜਿਵੇਂ ਇੰਡੀਆ ਦੇ ਵਿੱਚ ਜਦੋਂ ਦਿੱਲੀ ਤੋਂ ਮੁਸਲਮਾਨ ਚੱਲੇ ਜਾਂ ਫਿਰ ਹੁਣ ਜਿਹੜੇ ਸਿੱਖ ਜਿਹੜੇ ਵਾਪਸ ਪੰਜਾਬ ਦੇ ਵਿੱਚ ਆਏ ਨੇ, ਉਹਨਾਂ ਕਰਕੇ ਆਊਟਬ੍ਰੇਕ ਹੋਇਆ ਜੀ। ਹੁਣ ਇਹ ਲੋਕ ਜਗ੍ਹਾ ਤੋਂ ਕਿੰਨੇ ਸਾਰੇ ਲੋਕ ਇੱਕ ਜਹਾਜ਼ ਦੇ ਵਿੱਚ ਬੈਠ ਕੇ ਆ ਰਹੇ ਨੇ, ਵਾਪਸ ਆ ਰਹੇ ਆ ਕੇ 14 ਦਿਨਾਂ 'ਚ ਪਤਾ ਲੱਗੇਗਾ ਇਹਨਾਂ ਦੇ ਹਾਲਾਤ ਕਿਸ ਤਰ੍ਹਾਂ ਨੇ।
14 ਦਿਨਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਜਿਸ ਤਰ੍ਹਾਂ ਜੇ ਕੋਈ ਵਿਅਕਤੀ ਬਾਹਰ ਨਿਕਲਣਾ ਸ਼ੁਰੂ ਹੋ ਗਿਆ, ਬੜੀ ਮੁਸ਼ਕਲ ਦੇ ਨਾਲ BC ਦੇ ਵਿੱਚ, ਕੈਨੇਡਾ ਦੇ ਵਿੱਚ ਕਰਵ ਜਿਹੜੀ ਹੈ ਉਹਨੂੰ ਫਲੈਟ ਕੀਤਾ ਗਿਆ। ਬੜੀ ਮੁਸ਼ਕਲ ਦੇ ਨਾਲ ਜਿਹੜੇ ਹੈ ਉਹ ਸਾਡੀ ਗਵਰਨਮੈਂਟ ਨੇ ਸਟੈਪ ਲਏ ਨੇ ਕਿ ਹੁਣ ਅਸੀਂ ਕਦੋਂ ਇਕਨੋਮੀਜ਼ ਖੋਲ੍ਹਣੀਆਂ ਨੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਬੈਟਰ ਨਹੀਂ ਸੀ ਵੀ ਇੱਕ ਹੋਟਲ ਜਿਹੜਾ ਲੈ ਕੇ ਇਹਨਾਂ ਸਾਰਿਆਂ ਨੂੰ ਉੱਥੇ 14 ਦਿਨਾਂ ਵਾਸਤੇ ਰੱਖਿਆ ਜਾਂਦਾ, ਅੰਡਰ ਨਿਗਰਾਨੀ ਰੱਖਿਆ ਜਾਂਦਾ। ਜਿੰਨਾ ਖਰਚਾ ਜੇ ਕੋਈ ਇਹ ਕਰੋਨਾ ਵਾਇਰਸ ਫੈਲ ਗਿਆ ਉਹਦੇ ਨਾਲੋਂ ਉਹ ਖਰਚਾ ਕਿਤੇ ਘੱਟ ਹੋਣਾ ਸੀ। ਜੀ ਡੈਫੀਨਿਟਲੀ ਵੈਰੀ ਗੁੱਡ ਪੁਆਇੰਟ ਅਮਰਿਤ। ਐਂਡ ਯੂ نو ਇਹ ਵੀ ਗੱਲ ਹੈਗੀ ਹੈ ਕਿ ਜਿਹੜੇ ਉੱਥੋਂ ਇੰਡੀਆ ਤੋਂ ਆ ਰਹੇ ਹੋ ਸਕਦਾ ਉਹਨਾਂ ਨੂੰ ਕੋਈ ਸਿੰਪਟਮਸ ਨਾ ਹੋਣ ਇਸ ਵੇਲੇ, ਬਟ ਕਿੰਨਾ ਟਾਈਮ ਲੱਗਦਾ? 8 ਦਿਨ ਲੱਗਦੇ, 9 ਦਿਨ ਲੱਗਦੇ, ਫਿਰ ਪਤਾ ਲੱਗਦਾ ਵੀ ਤੁਹਾਡੇ ਕੋਲ ਕੋਈ ਸਿੰਪਟਮ ਹੈਗਾ ਕਿ ਨਹੀਂ। ਤੇ ਜਦ ਤੱਕ ਉਹ ਆਲਰੇਡੀ 8-9 ਦਿਨਾਂ 'ਚ ਜਿੱਦਾਂ ਤੁਸੀਂ ਕਹਿ ਰਹੇ ਆ, ਜ਼ਿਕਰ ਕਰ ਰਹੇ ਆ ਕਿ ਉਹ ਬਾਹਰ ਵੀ ਜਾ ਸਕਦੇ ਆ, ਉਹ ਘੁੰਮ ਵੀ ਸਕਦੇ ਆ, ਐਂਡ ਸੋ ਮੈਨੀ ਅਦਰ ਪੀਪਲ ਕੈਨ ਬੀ ਐਕਸਪੋਜ਼ਡ ਟੂ ਇਟ। ਬਿਲਕੁਲ ਸਹੀ ਗੱਲ ਹੈ। ਔਰ ਤੁਸੀਂ ਇਹ ਦੇਖੋ ਵੀ ਬਹੁਤ ਸਾਰੇ 에ਅਰਪੋਰਟਸ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਟੈਂਪਰੇਚਰ ਚੈੱਕ ਹੋ ਰਿਹਾ। ਬਹੁਤ ਸਾਰੇ 에ਅਰਪੋਰਟ ਦੇ ਵਿੱਚ ਡਾਕਟਰਸ ਬੈਠੇ ਹੋਏ ਨੇ, ਈਵਨ ਕਿ ਅਮਰੀਕਨ 에ਅਰਪੋਰਟਸ ਦੇ ਉੱਪਰ ਡਾਕਟਰਸ ਦੀ ਟੀਮ ਬੈਠੀ ਹੈ। ਜਿਹੜੇ ਵੱਡੇ 3 에ਅਰਪੋਰਟਸ ਨੇ ਉਹਨਾਂ ਉੱਪਰ ਹਰ ਇੱਕ ਦਾ ਚੈੱਕਅਪ ਹੋ ਰਿਹਾ। ਕੈਨੇਡਾ ਇਸ ਤਰ੍ਹਾਂ ਦਾ ਗੱਲ ਕਿਉਂ ਨਹੀਂ ਕਰਦਾ? ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੇ ਉੱਥੇ ਮੇਅਰਸ ਨੇ, ਉੱਥੇ ਦੇ ਪ੍ਰੀਮੀਅਰਸ ਨੇ, ਉਹਨਾਂ ਨੇ ਸਾਫ਼ ਕਿਹਾ ਵੀ ਜਿਹੜਾ ਵੀ ਕੋਈ ਵਿਅਕਤੀ ਵਾਪਸ ਆਉਂਦਾ ਨਾ, ਜਿਹੜਾ ਕੋਈ ਵਿਅਕਤੀ ਵਾਪਸ ਆਏਗਾ ਉਹਨੂੰ ਜੇ ਆਲੇ ਦੁਆਲੇ ਵਾਲਾ ਵੀ ਕੋਈ ਵੇਖਦਾ ਕਾਲ ਅਸ, ਸਾਨੂੰ ਦੱਸੋ ਫੋਨ ਚੱਕ ਕੇ ਜੀ ਮੇਰੇ ਨਾਲ ਦੇ ਜਿਹੜੇ ਲੋਕ ਸੀ ਉਹ ਅੱਜ ਵਾਪਸ ਆਏ ਨੇ, ਉਹ ਤਾਂ ਗ੍ਰੋਸਰੀ ਲੈਣ ਚੱਲੇ ਨੇ। ਰਾਈਟ। ਜੇ ਉਹ ਗ੍ਰੋਸਰੀ ਲੈਣ ਚੱਲੇ ਨੇ ਤਾਂ ਰਾਈਟ ਅਵੇ ਪੁਲਿਸ ਉੱਥੇ ਪਹੁੰਚੇਗੀ, ਰਾਈਟ ਅਵੇ ਉਹਨਾਂ ਨੂੰ ਜਿਹੜਾ ਹੈਗਾ ਰੋਕਿਆ ਜਾਏਗਾ। ਉਸ ਤੋਂ ਬਾਅਦ ਜਿੰਨਾ ਕੰਟਰੀਜ਼ ਨੇ ਇਹ ਜੀ ਕੋਈ ਨਾ ਕੋਈ ਗੱਲਬਾਤ ਕੀਤੀ ਹੈ, ਚਾਹੇ ਉਹ ਆਸਟ੍ਰੇਲੀਆ ਹੈ, ਚਾਹੇ ਉਹ ਨਿਊਜ਼ੀਲੈਂਡ ਹੈ, ਉੱਥੇ ਸਾਡੇ ਨਾਲੋਂ ਬਹੁਤ ਫਰਕ ਹੈ ਜੀ, ਬਿਲਕੁਲ ਫਰਕ ਹੈ। ਸੋ ਬਹੁਤ ਚੰਗੀ ਗੱਲ ਹੈ ਕਿ ਜਿੰਨੇ ਵੀ ਸਾਡੇ ਉੱਥੇ ਕੈਨੇਡੀਅਨ ਸਿਟੀਜ਼ਨ ਸੀਗੇ ਦੇ ਆਰ ਕਮਿੰਗ ਬੈਕ, ਸਾਡੇ ਆਪਣੇ ਵਸਨੀਕ ਦੇ ਆਰ ਕਮਿੰਗ ਬੈਕ ਸੁਖੀ। ਬਟ ਸਾਡੀ ਸਰਕਾਰਾਂ ਨੂੰ ਥੋੜਾ ਜਿਹਾ ਹੋਰ ਜ਼ਿਆਦਾ ਕੌਨਸ਼ੀਅਸ ਹੋਣ ਦੀ ਜ਼ਰੂਰਤ ਹੈ। ਜੀ ਸਰ, RCMP ਨੇ ਇੱਕ ਕੋਵਿਡ ਕੰਪਲਾਇੰਸ ਟੀਮ ਕੀਤੀ ਹੋਈ ਹੈ, ਬਣਾਈ ਹੋਈ ਹੈ, which is very good, but again ਇਹੋ ਜਿਹੀ ਚੀਜ਼ਾਂ ਆ, they're looking more other things। ਉਹ ਬਾਹਰ ਜਾ ਕੇ ਵੇਖ ਰਹੇ ਆ ਸੋਸ਼ਲ ਡਿਸਟੈਂਸਿੰਗ। ਸੋ ਜਿਹੜੇ ਹੁਣ ਬਾਹਰ ਉੱਥੋਂ ਆ ਰਹੇ ਆ, ਜਿਹੜੇ ਟੂਰਿਸਟ ਆ that have obviously they were in India, they're back now, ਉਹਨਾਂ ਨੂੰ ਕਿਵੇਂ ਕੰਟਰੋਲ ਕਰਨਾ, ਕੀ ਸਰਕਾਰ ਨੂੰ ਥੋੜਾ ਜਿਹਾ ਇਹਦੇ ਬਾਰੇ ਕਲੀਅਰ ਹੋਣਾ ਚਾਹੀਦਾ ਤਾਂ ਕਿ ਸਾਨੂੰ ਵੀ ਪਤਾ ਹੈ ਵੀ ਅਸੀਂ ਜਦੋਂ ਬਾਹਰ ਜਾ ਰਹੇ ਹਾਂ we're safe। ਬਿਲਕੁਲ ਸਹੀ। Yes, and it is definitely we're glad to have him back because ਆਪਾਂ ਨੂੰ ਪਤਾ ਵੀ ਉੱਥੇ ਵੀ ਕਿੰਨੇ ਫਰਸਟ੍ਰੇਟਡ ਸੀ, ਜਿੱਦਾਂ ਜਾਜ਼ ਗਿਲ ਨੇ ਜ਼ਿਕਰ ਕੀਤਾ ਸੀ ਜੇ ਮੈਂ ਕੋਵਿਡ ਤੋਂ ਨਹੀਂ ਸ਼ਾਇਦ ਮੈਂ ਗਰਮੀ ਤੋਂ ਮਰ ਜਾਂਦੀ ਉੱਥੇ because it's really bad, so we're definitely happy to have him back। Yes, ਹਾਂ ਬਿਲਕੁਲ। So what is new in the headlines ਕੈਨੇਡਾ ਨੂੰ ਲੈ ਕੇ ਅਮਰਿਤ ਜੀ? ਕੈਨੇਡਾ ਨੂੰ ਲੈ ਕੇ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਇੱਕ ਖਾਸ ਗੱਲ ਜਿਹੜੀ ਹੈ ਨਾ ਸੁਖੀ ਤੁਹਾਡੇ ਨਾਲ ਉਹ ਵੀ ਅੱਗੇ ਚੱਲ ਕੇ ਸ਼ੇਅਰ ਕਰਾਂਗੇ, ਲੇਕਿਨ ਕੈਨੇਡਾ ਨੂੰ ਲੈ ਕੇ ਜਿਹੜੀ ਹੁਣ ਓਪਨਿੰਗਸ ਹੈ ਉਹੀ ਸਭ ਤੋਂ ਜ਼ਿਆਦਾ ਹਰ ਇੱਕ ਵਿਅਕਤੀ ਜਿਹੜਾ ਨਾ ਉਹ ਇਸ ਵਾਰੀ ਇਹ ਹੈ ਕਿ ਕਿਹੜੀ ਚੀਜ਼ ਕਦੋਂ ਓਪਨ। Yes, ਔਰ ਓਪਨਿੰਗਸ ਕੱਲ ਬਹੁਤ ਡਿਟੇਲ ਦੇ ਵਿੱਚ ਤੁਸੀਂ ਉਹਨਾਂ ਨੂੰ ਦੱਸਿਆ ਹੈਗਾ, ਲੇਕਿਨ ਉਹਦੇ ਵਿੱਚ ਕੁਝ ਨਵੀਆਂ ਗਾਈਡਲਾਈਨਸ ਵੀ ਆਈਆਂ ਨੇ ਜੀ। ਉਹਨਾਂ ਨੇ ਕੱਲ ਇਹ ਦੱਸਿਆ ਸੀ ਵੀ ਕੀ ਚੀਜ਼ ਓਪਨ ਹੋਏਗੀ, ਨਾਲ ਦੀ ਨਾਲ ਹੁਣ ਇਹ ਵੀ ਦੱਸ ਰਹੇ ਨੇ ਵੀ ਉਹ ਚੀਜ਼ਾਂ ਦੇ ਵਿੱਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ। ਬਿਲਕੁਲ। ਔਰ ਅੱਜ ਪਬਲਿਕ ਇਹ ਸੁਣਨ ਦੇ ਵਿੱਚ ਇੰਟਰਸਟਿਡ ਹੈ। ਜਿਵੇਂ ਤੁਸੀਂ ਦੱਸਿਆ ਸੀ ਨਾ ਕਿ ਰੀਟੇਲ ਓਪਨ ਹੋ ਰਿਹਾ, ਹੇਅਰ ਸਲੂਨ, ਬਾਰਬਰ ਸ਼ਾਪਸ, which is very good। Yes। in person counseling, restaurant, cafes, museum, art galleries, office based ਜਿਹੜੀਆਂ work sites ਨੇ, and research ਜਿਹੜੀ sports ਵਾਲੇ ਨੇ, park, beach, outdoor, transit service, childcare, everything is open, going to be open in mid-May। ਜੀ ਹੁਣ ਉਹਨਾਂ ਨੇ ਕਿਹਾ ਹੈਗਾ ਕਿ ਸਭ ਤੋਂ ਪਹਿਲੀ ਗੱਲ ਹੈ ਕੋਈ ਵੀ ਰੀਟੇਲ ਆਈ ਓਪਨ ਨਹੀਂ ਹੋਏਗਾ ਜਿਹਦੇ ਅੱਗੇ ਫਲੈਕਸੀ ਗਲਾਸ ਨਹੀਂ ਲੱਗਿਆ। ਜੇ ਕੋਈ ਉੱਥੇ ਕੈਸ਼ੀਅਰ ਖੜਿਆ ਉਹਦੇ ਅੱਗੇ ਫਲੈਕਸੀ ਗਲਾਸ ਲਗਾਓ। ਜਿਹੜਾ ਕੋਈ ਵਿਅਕਤੀ ਰੀਟੇਲ ਦੇ ਵਿੱਚ ਜਾ ਰਿਹਾ ਸਭ ਤੋਂ ਪਹਿਲਾਂ ਉਹ ਕਹਿੰਦੇ ਵੀ ਜਦੋਂ ਇਨਕਰੇਜ ਟੂ ਵੇਅਰ ਮਾਸਕ, ਤੁਹਾਡੇ ਸਾਰੇ ਦੇ ਸਾਰੇ ਜਿੰਨੇ ਵਰਕਰਸ ਨੇ ਜਿਹੜੇ ਅੱਗੇ ਫਰੰਟ ਦੇ ਉੱਪਰ ਖੜੇ ਨੇ, ਜਦੋਂ ਕੋਈ ਗੈਸਟ ਅੰਦਰ ਆ ਰਿਹਾ ਉਹਨੂੰ ਪੁੱਛੋ ਵੀ ਤੇਰੀ ਹਾਲਤ ਠੀਕ ਹੈ, ਤੈਨੂੰ ਬੁਖਾਰ ਤਾਂ ਨਹੀਂ, ਤੂੰ ਠੀਕ ਫੀਲ ਕਰ ਰਿਹਾ, ਤੇ ਉਹਨੂੰ ਇਨਕਰੇਜ ਕਰੋ ਵੀ ਪਲੀਜ਼ ਮਾਸਕ ਪਾ ਕੇ ਆ। ਦੂਸਰੀ ਵੱਡੀ ਗੱਲ ਉਹ ਕਹਿੰਦੇ ਵੀ ਜਿਹੜੇ ਵੀ ਸਟੋਰਸ ਓਪਨ ਹੋ ਰਹੇ ਨੇ ਉਹਨਾਂ ਦੇ ਜਿੰਨੇ ਚੈੱਕ ਪੁਆਇੰਟਸ ਨੇ ਨਾ, ਉਹ ਕਹਿੰਦੇ ਸਾਨੂੰ ਪਤਾ ਹੈ ਵੀ ਅੱਜ ਜ਼ਿਆਦਾ ਕਸਟਮਰ ਨਹੀਂ ਆਉਣੇ, ਸਾਨੂੰ ਇਹ ਵੀ ਪਤਾ ਹੈਗਾ ਵੀ ਤੁਸੀਂ ਸਟਰਗਲ ਕਰ ਰਹੇ ਹੋ, ਲੇਕਿਨ ਸੇਫਟੀ ਪਹਿਲਾਂ ਜ਼ਰੂਰੀ ਹੈ। ਜੇ ਅਸੀਂ ਇੱਕ ਸਟੋਰ ਤੇ ਜਾਂਦੇ ਹਾਂ 12 ਕਾਊਂਟਰ ਹੈ, ਉਹ ਕਹਿੰਦੇ ਓਪਨ ਮੈਕਸਿਮਮ ਕਾਊਂਟਰਸ ਤਾਂ ਕਿ ਲਾਈਨ ਅਪ ਨਾ ਹੋਵੇ। ਰਾਈਟ। ਇੱਕ ਬੰਦਾ ਆਵੇ ਨਾਲ ਦੀ ਨਾਲ ਆ ਕੇ ਤੇ ਚਲਿਆ ਜਾਵੇ, ਦੂਸਰਾ ਆਵੇ ਆ ਕੇ ਤੇ ਚਲਿਆ ਜਾਵੇ, ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਗੱਲਬਾਤ ਕੀਤੀ ਹੈ, ਉਹ ਕਹਿੰਦੇ ਜਦੋਂ
ਤੁਸੀਂ ਸ਼ੁਰੂ ਵੀ ਕਰ ਦਿਓਗੇ ਰਾਈਟ ਲਾਈਨਅਪਸ ਨੇ ਗਿਆ ਉਹਨਾਂ ਦੇ ਉਵੇਂ ਜਿਵੇਂ ਅੱਜ ਕੱਲ ਬਹੁਤ ਜਗ੍ਹਾ ਬਣੇ ਹੋਏ ਨੇ ਮਾਰਕਸ ਬਣੇ ਹੋਏ ਨੇ ਸਭ ਤੋਂ ਵੱਡੀ ਗੱਲ ਹੁਣ ਇਹ ਹੈ ਕਿ ਜਿਹੜੀ 1-to-1 ਕਾਉਂਸਲਿੰਗ ਹੈ ਨਾ ਉਹਦੇ ਵਿੱਚ ਵੀ ਇੱਕ ਡਾਕਟਰ ਕਾਫੀ ਦੂਰ ਬਹਿ ਸਕਦਾ ਗੱਲ ਸੁਣ ਸਕਦਾ ਲੇਕਿਨ ਜਿੰਨਾ ਲੋਕਾਂ ਨੇ ਵਾਲ ਕਟਾਉਣੇ ਨੇ ਉਹਨਾਂ ਦਾ ਕੀ ਬਣਨਾ Yeah, because ਉਹ ਤਾਂ ਤੁਹਾਨੂੰ ਪਤਾ ਹੀ ਉਹ ਤਾਂ you need them close by. ਬਿਲਕੁਲ ਉੱਪਰ ਹੈ ਉਹ ਕਹਿੰਦੇ ਅਸੀਂ ਇਹਦੇ ਵਾਸਤੇ ਗਾਈਡਲਾਈਨਸ ਜਾਰੀ ਕਰ ਰਹੇ ਹਾਂ ਸਾਨੂੰ ਪਤਾ ਹੈ ਕਿ 9 to 9 ਹੁਣ ਸਲੂਨਸ ਖੁੱਲਣੇ ਨੇ ਸਾਨੂੰ ਪਤਾ ਹੈ ਕਿ ਹੁਣ ਸਾਰੇ ਬੰਦੇ ਉੱਥੇ ਲਾਈਨ ਅਪ ਹੋਣੇ ਨੇ ਅਸੀਂ ਕਹਿ ਰਹੇ ਹਾਂ ਉਹਨਾਂ ਨੂੰ ਕਿ ਇੱਕ ਵਿੰਡੋ ਬਣਾਓ ਜੀ ਜਿਵੇਂ ਮੈਨੂੰ ਦਿੱਤਾ ਉਹਨਾਂ ਨੇ ਕਿਹਾ ਜੀ ਤੇ 3:30 ਵਜੇ ਤੁਸੀਂ ਇੱਥੇ ਆਣੇ ਚਾਹੀਦੇ ਆ ਅਦਰਵਾਈਜ਼ ਲੀਵ right ਉਸ ਤੋਂ ਬਾਅਦ ਜਿਹੜਾ ਵੀ ਕੋਈ ਵਾਲ ਕਟਵਾਉਣ ਗਿਆ ਜਾਂ ਜਿਹੜਾ ਹੇਅਰ ਡਰੈਸਰ ਹੈ ਉਹਨਾਂ ਦੋਨਾਂ ਦੇ ਮਾਸਕ ਪਾਏ ਹੋਣੇ ਚਾਹੀਦੇ ਮੈਂਡੇਟਰੀ right ਸੋ ਉਸ ਤੋਂ ਬਾਅਦ ਉਹ ਕਹਿੰਦੇ ਇੱਕ ਸਪੈਸ਼ਲ ਕੋਟ ਵੀ ਉਸ ਹਿਸਾਬ ਨਾਲ ਉਹ ਬਣਾ ਰਹੇ ਨੇ ਜਿਹੜੇ ਸ਼ਾਇਦ ਜਲਦੀ ਹੋਈ ਮਾਰਕੀਟ 'ਚ ਆ ਜਾਣਗੇ ਜਿਹੜੇ ਦੋਨਾਂ ਨੂੰ ਪਾਣੇ ਪੈਣੇ wow Yeah. Interesting. ਬਾਕੀ ਇਹ ਵੀ ਨਿਊਜ਼ ਦੇ ਵਿੱਚ ਕੱਲ ਦੱਸਿਆ ਸੀ ਵੀ ਸਭ ਤੋਂ ਜ਼ਿਆਦਾ ਜਿਹੜੇ ਫੋਨ ਕਾਲਸ ਬਾਰਬਰਸ ਨੂੰ ਗਏ ਸੀਗੇ ਹੇਅਰ ਕੱਟ ਪਲੇਸਿਸ ਨੂੰ ਗਏ ਆ ਹਾਲੇ ਨਾਲੇ ਉਹਨਾਂ ਨੇ ਦੱਸਿਆ ਕਿ ਇਹ ਮੇ ਲੌਂਗ ਵੀਕਐਂਡ ਤੋਂ ਬਾਅਦ ਇਹ ਜਿਹੜੇ ਸਰਵਿਸਿਜ਼ ਇਹ ਫੇਰ ਦੁਬਾਰਾ ਖੁੱਲਣਗੇ ਬਟ ਦੇ ਵਰ ਬੰਬਾਰਡਡ ਐਂਡ ਜਿਹੜੇ ਹੇਅਰ ਡਰੈਸਰਸ ਐਕਚੁਅਲੀ ਫਰਸਟ੍ਰੇਟਡ ਹੋ ਗਏ ਆ ਕਹਿੰਦੇ ਵੀ ਸਾਨੂੰ ਫੋਨ ਕਾਲਸ ਆਈ ਜਾਂਦੇ ਪਰ ਸਾਨੂੰ ਦੱਸਿਆ ਨਹੀਂ ਗਿਆ ਵੀ ਗਾਈਡਲਾਈਨਸ ਕੀ ਹੋਣੀਆਂ ਚਾਹੀਦੀਆਂ ਆ ਗਾਈਡਲਾਈਨਸ ਬਹੁਤ ਹੱਦ ਤੱਕ ਉਹਨਾਂ ਨੇ ਥੋੜੀਆਂ ਦੱਸਣੀਆਂ ਸ਼ੁਰੂ ਕੀਤੀਆਂ ਨੇ ਲੇਕਿਨ ਜਿਹੜੀਆਂ ਪੂਰੀਆਂ ਗਾਈਡਲਾਈਨਸ ਹੈ ਉਹ ਜਦੋਂ ਤੱਕ ਖੁੱਲਣੇ ਨੇ ਉਦੋਂ ਪਹਿਲਾਂ ਆ ਜਾਣੀਆਂ ਲੇਕਿਨ ਜਲਦੀ ਆਉਣੀਆਂ ਚਾਹੀਦੀਆਂ ਨੇ ਯੈਸ ਤੇ WCB ਪੂਰੀ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਨਾਲ ਇਹਨਾਂ ਦੇ ਕੰਮ ਕਰਕੇ ਤੇ ਇਹ ਜਿਹੜੀ ਗਾਈਡਲਾਈਨਸ ਆ ਇਹ ਐਸਟੈਬਲਿਸ਼ ਕਰੀਏ ਬਿਲਕੁਲ ਸਹੀ ਹੈ ਇਹ ਬਿਲਕੁਲ ਹਾਂਜੀ ਸੋ ਆਪਾਂ ਥੋੜਾ ਜਿਹਾ ਜੇ ontario ਵੱਲ ਜਾਈਏ ontario ਦੇ ਵਿੱਚ ਕਾਫੀ ਜਿਹੜੀ ਅਨਾਉਂਸਮੈਂਟਸ ਹੋਈਆਂ ਸੀਗੀਆਂ ਖਾਸ ਕਰਕੇ ਜਦੋਂ ਈਸਟਰ ਲੌਂਗ ਵੀਕਐਂਡ ਸੀਗੀ ਗੁੱਡ ਫਰਾਈਡੇ ਈਸਟਰ ਮੰਡੇ ਉਦੋਂ ਇਹ ਗੱਲ ਕੀਤੀ ਗਈ ਸੀਗੀ ਪ੍ਰੀਮੀਅਰ ਡਰੱਗ ਫੋਰਡ ਨੇ ਕਿਹਾ ਕਿ ਵੀ ਤੁਸੀਂ ਮੈਨੂੰ ਪਤਾ ਹੈ ਕਿ ਸਾਰੇ ਲੌਂਗ ਵੀਕਐਂਡ ਦੇ ਆਪਾਂ ਚਿਰ ਹੋ ਗਿਆ ਉਡੀਕ ਕਰਦੇ ਆ ਆਈਸੋਲੇਸ਼ਨ ਦਾ ਕਰਕੇ ਥੋੜਾ ਜਿਹਾ everyone's frustrated but ਜੇ ਤੁਹਾਡੇ ਕੋਲ ਸਮਰ ਰੈਜ਼ੀਡੈਂਟ ਕੋਈ ਹੈਗਾ ਹੈ ਖਾਸ ਕਰਕੇ ਜਿਹੜੇ ਇੱਥੇ ਸਿਟੀ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਕੋਈ ਸਮਰ ਕੋਠੀ ਜਾਂ ਕਾਟੇਜ ਜਿਹਨੂੰ ਕਹਿ ਦਿੰਦੇ ਆ ਉਹ ਹੈਗੀਆਂ ਉਹ ਕਹਿੰਦਾ ਨਾ ਜਾਓ ਡੋਂਟ ਗੋ ਸਟੇ ਹੋਮ ਬਟ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਹਿ ਦਿੱਤਾ ਡਗ ਫੋਰਡ ਵਾਸ ਫਾਊਂਡ ਐਟ ਹਿਸ ਕਾਟੇਜ ਸੋ ਉਹਨਾਂ ਕੋਲ ਵੀ ਕਾਟੇਜ ਸੀਗੀ ਉਧਰੋਂ ਸਾਡੇ PM ਨੇ ਕਿਹਾ ਕਿ ਤੁਸੀਂ ਕਿਤੇ ਜਾਓ ਨਾ ਤੇ ਉਹ ਵੀ ਆਪਣੇ ਜੀ ਹੈਰਿੰਗਟਨ ਲੇਕ ਕਾਟੇਜ ਦੇ ਵਿੱਚ ਪਹੁੰਚੇ ਹੋਏ ਸੀਗੇ ਸੋ ontario ਦੇ ਰੈਜ਼ੀਡੈਂਟਸ ਨੂੰ ਲੈ ਕੇ ਕਾਫੀ ਦੁਖੀ ਆ ਅੱਜ ਚਰਚਾ ਦੇ ਵਿੱਚ ਕਾਫੀ ਉਹਦੀ ਨਿਊਜ਼ ਚੱਲ ਰਹੀ ਹੈ ਕਿ ਡਬਲ ਸਟੈਂਡਰਡਸ ਕਿਉਂ ਤੁਹਾਡੇ ਸਾਨੂੰ ਤੁਸੀਂ ਇੱਕ ਪਾਸੇ ਕਹਿ ਰਹੇ ਆ ਇਹ ਇੱਕ ਬੈਨ ਜੋ ਤੁਸੀਂ ਲਾਇਆ ਆ ਆਬਵੀਅਸਲੀ ਇਜ਼ ਨਾਟ ਇਨਫੋਰਸਡ ਪਰ ਤੁਸੀਂ ਕਿਹਾ ਵੀ ਨਾ ਜਾਓ ਤੇ ਆਪ ਤੁਸੀਂ ਕਿਉਂ ਤੁਰੇ ਫਿਰਦੇ ਆ ਬਿਲਕੁਲ ਸੋ ਇਹ ਕਾਫੀ ਚਰਚਾ ਦੇ ਵਿੱਚ ਇਸ ਵੇਲੇ ਇਹ ਜਿਹੜੀ ਨਿਊਜ਼ ਆ ਸੁਖੀ ਰੋਲ ਮਾਡਲਸ ਨੂੰ ਪਹਿਲਾਂ ਆਪ ਤਾਂ ਇਹ ਗੱਲ ਨੂੰ ਸਮਝਣਾ ਚਾਹੀਦਾ ਬਿਲਕੁਲ ਐਗਜ਼ੈਕਟਲੀ ਰੋਲ ਮਾਡਲਸ ਜਿਹੜੇ ਹੁੰਦੇ ਨੇ ਬੇਸਿਕਲੀ ਉਹਨਾਂ ਨੂੰ ਪਹਿਲਾਂ ਆਪ ਉਹ ਸਾਰੀ ਚੀਜ਼ ਕਰਨੀ ਚਾਹੀਦੀ ਹੈ ਜਿਹੜੀ ਬਾਅਦ ਦੇ ਵਿੱਚ ਉਹ ਕਹਿੰਦੇ ਨੇ ਕਿ ਭਾਈ ਤੁਸੀਂ ਵੀ ਸਾਰੇ ਜਣੇ ਕਰੋ ਬਿਲਕੁਲ ਸੋ ਪਰ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਇੱਥੇ ਵੀ ਜਿਹੜੀ ਨਿਊਜ਼ ਆ ਫੇਜ਼ਸ ਬਾਰੇ ਇਹ ਵੀ ਕਹਿ ਰਹੇ ਆ ਡੋਂਟ ਗੋ ਐਨੀਵੇਅਰ ਸਟੇ ਹੋਮ ਅਜੇ ਤੁਸੀਂ ਇੰਟਰ ਪ੍ਰੋਵਿੰਸ਼ੀਅਲ ਟਰੈਵਲ ਵੀ ਨਾ ਕਰੋ ਜਸਟ ਸਟੇ ਕਲੋਜ਼ ਟੂ ਹੋਮ ਸੋ ਆਪਾਂ ਤਾਂ ਇਹੀ ਕਹਿ ਸਕਦੇ ਹਾਂ ਕਿ ਹਜੇ ਥੋੜਾ ਜਿਹੜਾ ਆਪਾਂ ਬਾਕੀ ਇੰਨਾ ਟਾਈਮ ਕੱਟ ਲਿਆ 2 ਮਹੀਨੇ ਹੋ ਗਏ ਆ 2 ਮਹੀਨੇ ਸ਼ਾਇਦ ਹੋਰ ਜੇ ਆਪਾਂ ਕੱਟ ਲਏ we should be okay that's right yes perfect ਬਿਲਕੁਲ ਜੀ ਐਂਡ USA ਦੇ ਵਿੱਚ ਚੱਲੀਏ ਤੇ ਅਗੇਨ ਇਹ ਜਿਹੜੀ ਫਰਸਟ੍ਰੇਸ਼ਨ ਆ ਆਈਸੋਲੇਸ਼ਨ ਨੂੰ ਲੈ ਕੇ ਕਾਫੀ ਐਂਗਜ਼ਾਇਟੀ ਜਿਹੜੀ ਟੈਨਸ਼ਨਸ ਵਧੀਆਂ ਆ ਕੱਲ ਓਕਲਾਹੋਮਾ ਸਿਟੀ ਦੇ ਵਿੱਚ ਐਕਚੁਅਲੀ ਨਾ ਯੈਸਟਰਡੇ ਵੈਨਸਡੇ ਇੱਕ ਔਰਤ ਗਈ ਸੀਗੀ ਮੈਕਡੋਨਲਡਸ ਦੇ ਵਿੱਚ ਆਪਣੀ ਮੀਲ ਲੈਣ ਗਈ ਤੇ ਉਹ ਡਾਈਨਿੰਗ ਏਰੀਆ ਦੇ ਵਿੱਚ ਜਾ ਕੇ ਬਹਿ ਗਈ ਉੱਥੇ EMPLOYEES ਨੇ ਆ ਕੇ ਉਹਨੂੰ ਪੋਲਾਈਟਲੀ ਕਿਹਾ ਵੀ ਤੁਸੀਂ ਇੱਥੇ ਬਹਿ ਨਹੀਂ ਸਕਦੇ ਕੋਵਿਡ ਰਿਸਟ੍ਰਿਕਸ਼ਨਸ ਦਾ ਕਰਕੇ ਵੀ ਟੇਕ ਆਊਟ ਓਨਲੀ ਆ ਸੋ ਯੂ ਨੀਡ ਟੂ ਲੀਵ ਉਹਨੇ ਮਨਾ ਕਰ ਦਿੱਤਾ ਰਿਫਿਊਜ਼ ਕਰ ਦਿੱਤਾ ਤੇ ਉਹਦੀ ਇੱਕ ਫਿਜ਼ੀਕਲ ਆਲਟਰੇਸ਼ਨ ਹੋ ਗਈ ਉੱਥੇ ਇੱਕ EMPLOYEE ਦੇ ਨਾਲ ਸੋ ਧੱਕੀ ਹੋਇਆ ਉੱਥੇ ਉਹਨੂੰ ਬਾਹਰ ਐਸਕੋਰਟ ਕੀਤਾ ਗਿਆ ਉਹ ਵਾਪਸ ਆ ਗਈ ਸੋ 32 ਸਾਲਾਂ ਦੀ ਗਲੋਰੀਆ ਵੁਡੀ ਉੱਥੇ ਆਈ ਤੇ ਆਪਣਾ ਗਨ ਲੈ ਕੇ ਆਈ ਤੇ 10 ਰਾਉਂਡ ਉੱਥੇ ਉਹਨੇ ਫਾਇਰ ਕੀਤੇ ਮੈਕਡੋਨਲਡਸ ਦੇ ਵਿੱਚ ਉਹਦੇ ਵਿੱਚ 4 ਜਿਹੜੇ EMPLOYEES ਆ ਉੱਥੇ obviously they got injured ਉਹਦੇ ਵਿੱਚ 2 ਟੀਨੇਜਰ ਸੀ 18 ਸਾਲਾਂ ਤੋਂ ਥੱਲੇ ਸੋ ਇੱਕ ਦੇ ਮੋਢੇ ਦੇ ਵਿੱਚ ਇੱਕ ਦੀ ਬਾਂਹ ਦੇ ਵਿੱਚ ਗੋਲੀ ਵੱਜੀ ਤੇ ਜਿੰਨਾ ਉਹਨਾਂ ਧੱਕਾ ਮੁੱਕੀ ਹੋਇਆ ਉਹਦੇ ਸਿਰ ਵਿੱਚ ਗੋਲੀ So it's really sad, over little things dying in, and obviously your frustrations, anxiety, tensions, ਜਿਹੜੀ ਉੱਥੇ ਵਧੀ ਹੋਈ ਆ. But again, it's no excuse for violence, and it's pretty sad. And hopefully, US ਦੇ ਵਿੱਚ ਆਪ ਨੂੰ ਪਤਾ ਵੀ ਹਾਲਾਤ ਕੀ ਆ. ਬਿਲਕੁਲ ਸਹੀ ਹੈ ਯੂਐਸ ਦੇ ਵਿੱਚ ਹਾਲਾਤ ਥੋੜੇ ਜਿਹੇ ਜ਼ਿਆਦਾ ਖਰਾਬ ਨੇਗੇ ਬਟ ਇਹਦਾ ਮਤਲਬ ਇਹ ਨਹੀਂ ਹੈ ਵੀ ਲੋਕ ਜਿਹੜੀਆਂ ਨੇ ਉਹ ਗਨਸ ਚੱਕ ਕੇ ਗੋਲੀਆਂ ਚਲਾਉਂਦੇ ਫਿਰਨ ਜੇ ਇੱਕ ਵਾਰੀ ਇਹ ਕਿਹਾ ਗਿਆ ਔਰ ਉੱਥੇ ਆਫੀਸ਼ੀਅਲਸ ਨੇ ਕਿਹਾ ਹੋਇਆ ਕਿ ਜਿਹੜੀਆਂ ਤੁਹਾਡੀਆਂ ਕਾਉਂਟੀਜ਼ ਨੇ ਕਿਹਾ ਹੋਇਆ ਵੀ ਰੈਸਟੋਰੈਂਟ ਦੇ ਵਿੱਚ ਤੁਸੀਂ ਸਿਟ ਇਨ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਮੀਨਸ ਜਦੋਂ ਗਵਰਨਮੈਂਟ ਕਹਿੰਦੀ ਹੈ ਇਟਸ ਅ ਲਾਅ ਦੈਨ ਯੂ ਹੈਵ ਟੂ ਫੋਲੋ You definitely do. but yes
ਇਹ ਗੱਲ ਤਾਂ So ਸਹੀ yes, that was the US news there. And so you've got a big, ਤੁਸੀਂ ਦੱਸ ਰਹੇ ਸੀ ਕਿ ਕਾਫੀ ਵੱਡੀ ਨਿਊਜ਼ ਹੈ, ਉਹਦੇ ਬਾਰੇ ਦੱਸੋ ਸਾਨੂੰ ਬਿਲਕੁਲ ਸੋ ਕਿ ਸਭ ਤੋਂ ਪਹਿਲਾਂ ਤੁਸੀਂ ਯੂਐਸ ਦੀ ਗੱਲ ਕੀਤੀ, ਮੈਂ ਇੱਕ ਜ਼ਰੂਰ ਦੱਸਣਾ ਚਾਹਨੀ ਹਾਂ ਕਿ ਜਿਹੜੀ ਵਾਈਟ ਹਾਊਸ ਦੇ ਵਿੱਚ ਵੀ ਕਰੋਨਾ ਵਾਇਰਸ ਪਹੁੰਚ ਗਿਆ। ਵਾਈਟ ਹਾਊਸ ਦੀ ਸਭ ਤੋਂ ਕਰੋਨਾ ਵਾਇਰਸ ਨੇ ਇੱਕ ਗੱਲ ਹੈ ਕਿ ਸਾਰਿਆਂ ਨੂੰ ਬਰਾਬਰ ਕਰਤਾ, ਕੋਈ ਗਰੀਬ, ਕੋਈ ਅਮੀਰ, ਕੋਈ ਜਿਹੜੇ ਪ੍ਰੈਜ਼ੀਡੈਂਟ, ਕੋਈ ਪ੍ਰਾਈਮ ਮਿਨਿਸਟਰ, ਕਿਸੇ ਨੂੰ ਵੀ ਉਹਨੇ ਵਾਂਝਿਆ ਨਹੀਂ ਰੱਖਿਆ ਹੈਗਾ। ਅੱਜ ਵਾਈਟ ਹਾਊਸ ਦੇ ਵਿੱਚ ਸੈਕੰਡ ਕੇਸ ਜਿਹੜਾ ਹੈਗਾ ਉਹ ਮਿਲਿਆ। ਸੋ ਉਸ ਤੋਂ ਬਾਅਦ ਹੁਣ ਸਾਰੀ ਸਾਫ ਸਫਾਈ ਜਿਹੜੀ ਆ ਉੱਥੇ ਕਰਨੀ ਸ਼ੁਰੂ ਕਰਨਗੇ, ਹੁਣ ਦੇਖਣਗੇ ਕਿਉਂਕਿ ਜਿਹੜਾ ਹੋਇਆ ਵੀ ਹੈ। ਐਂਡ ਮੈਂਬਰ ਆਫ US ਮਿਲਟਰੀ ਸੀ ਵਾਈਟ ਹਾਊਸ ਦੇ ਵਿੱਚ, ਵਨ ਆਫ ਟਰੰਪਸ ਵਾਲਟਸ, ਸੈਕੰਡ ਇੰਡੀਵਿਜੂਅਲ ਇਨ ਵਾਈਟ ਹਾਊਸ। ਵਾਓ। ਸੋ ਇਸ ਕਰਕੇ ਉਹ ਕਹਿੰਦੇ ਵੀ ਹੁਣ ਧਿਆਨ ਰੱਖਣ ਦੀ ਜ਼ਰੂਰਤ ਹੈ। ਬਟ ਜਿਹੜੇ ਉੱਥੋਂ ਦੇ ਪ੍ਰੈਜ਼ੀਡੈਂਟ ਹੈ, ਵਾਈਸ ਪ੍ਰੈਜ਼ੀਡੈਂਟ ਹੈ, ਦੋਨਾਂ ਦਾ ਟੈਸਟ ਹੋ ਗਿਆ, ਦੋਨੋਂ ਬਿਲਕੁਲ ਠੀਕ ਨੇ। ਐਂਡ ਸੋ ਲੈਟਸ ਹੋਪ ਫॉर द बेस्ट ਕਿ ਜਲਦੀ ਜਲਦੀ ਠੀਕ ਹੋ ਜਾਏ। ਯੈਸ ਡੈਫੀਨਿਟਲੀ। ਵੱਡੀ ਨਿਊਜ਼ ਦੇ ਵਿੱਚ ਨਾ ਇੱਕ ਖਾਸ ਨਿਊਜ਼ ਹੈ ਜਿਹੜੀ ਕਿ ਕੰਟਰਾਡਿਕਸ਼ਨ ਵਾਲੀ ਗੱਲ ਹੈ। ਇੱਕ ਬਹੁਤ ਵੱਡੇ ਸਾਡੇ ਡਾਕਟਰ ਨੇ, ਡਾਕਟਰ ਸੰਜੀਤ ਸਿੰਘ ਸਲੂਜਾ। ਡਾਕਟਰ ਸੰਜੀਤ ਸਿੰਘ ਸਲੂਜਾ, ਉਹ ਉਹਨਾਂ ਦੇ ਆਪਣੇ ਦਾੜੀ ਰੱਖੀ ਹੋਈ ਸੀ, ਗੁਰਸਿੱਖ ਸੀਗੇ। ਉਹ ਆਪਣੀ ਪ੍ਰੈਕਟਿਸ ਜਿਹੜੀ ਹੈਗੀ ਉਹ ਮੈਗਿਲ ਯੂਨੀਵਰਸਿਟੀ ਦੇ ਵਿੱਚ ਹੈਲਥ ਕੇਅਰ ਦੇ ਵਿੱਚ ਹੈਗੇ ਨੇ ਜੀ। ਉਹ ਕਹਿੰਦੇ ਜਦੋਂ ਮੈਂ ਕਰੋਨਾ ਵਾਇਰਸ ਦੇ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਦੇਖਦਾ, ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰਦਾ, ਉਹਨਾਂ ਦਾ ਇਲਾਜ ਕਰਦਾ, ਉਸ ਵਕਤ ਸਾਨੂੰ ਜਿਹੜੇ ਨੇ ਮਾਸਕ ਪਾਣੇ ਪੈਂਦੇ ਨੇ N95। ਉਹ ਸਾਰੇ ਦੇ ਸਾਰੇ ਬਿਲਕੁਲ ਫਿਕਸ ਹੋਣੇ ਚਾਹੀਦੇ ਨੇ। ਜੇ ਉਹ ਫਿਕਸ ਨਹੀਂ ਹੁੰਦੇ ਤਾਂ ਉਹਦੇ ਵਿੱਚ ਖਦਸ਼ਾ ਹੁੰਦਾ ਕਿ ਕਦੇ ਵੀ ਅਸੀਂ ਕਰੋਨਾ ਵਾਇਰਸ ਕੈਚ ਕਰ ਸਕਦੇ ਹਾਂ। ਜਿਹੜੇ ਉਹਨਾਂ ਵਾਸਤੇ ਮਾਸਕ ਸਪੈਸ਼ਲ ਬਣਵਾਉਣ ਦੀ ਗੱਲ ਕੀਤੀ ਗਈ ਸੀ, ਉਹ ਕਹਿੰਦੇ ਉਹਨੂੰ ਹਲੇ ਸਮਾਂ ਲੱਗਣਾ ਸੀ। ਮੇਰੇ ਕੋਲੇ ਦੋ ਹੀ ਆਪਸ਼ਨ ਸੀ, ਜਾਂ ਤਾਂ ਮੈਂ ਆਪਣੀ ਮਰੀਜ਼ਾਂ ਨੂੰ ਕਹਾਂ ਕਿ ਮੈਂ ਤੁਹਾਡਾ ਇਲਾਜ ਨਹੀਂ ਕਰ ਸਕਦਾ ਕਿਉਂਕਿ ਮੇਰੇ ਕੋਲ N95 ਹਲੇ ਠੀਕ ਤਰ੍ਹਾਂ ਹੈ ਨਹੀਂ। ਦੂਸਰੀ ਗੱਲ ਉਹ ਕਹਿੰਦੇ ਮੇਰਾ ਇਹ ਸੀ ਕਿ ਮੈਂ ਆਪਣੀ ਦਾੜੀ ਨੂੰ ਸ਼ੇਵ ਕਰ ਦਿਆਂ, ਤੇ ਮੈਂ ਆਪਣੀ ਜਿਹੜੀ ਬੇਸਿਕਲੀ ਮੈਂ ਦੂਸਰੀ ਗੱਲ ਨੂੰ ਅਪਣਾਉਣਾ ਚਾਹਿਆ ਕਿ ਮੈਂ ਆਪਣੀ ਦਾੜੀ ਮੁੱਛਾਂ ਜਿਹੜੀਆਂ ਨੇ ਉਹ ਸ਼ੇਵ ਕਰਤੀਆਂ। ਹੁਣ PPE ਜਿਹੜੀ ਹੈ, ਜਿਹੜਾ ਉਹਨਾਂ ਦਾ ਉਹ ਹੈ N95 ਉਹ ਚੰਗੀ ਤਰ੍ਹਾਂ ਮੇਰੇ ਲੱਗ ਜਾਂਦਾ। ਰਾਈਟ। ਹੁਣ ਇਹਦੇ ਵਿੱਚ ਸੁਖੀ ਦੋ ਖਾਸ ਗੱਲਾਂ ਨੇ। ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤਾਂ ਇਹਨੂੰ ਦੇਖਿਆ ਜਾਵੇ, ਵੈਸੇ ਤਾਂ ਉਹਨਾਂ ਦਾ ਪਰਸਨਲ ਡਿਸੀਜਨ ਹੈ, ਜਿਹੜੀ ਹੁਣ ਮੇਨ ਸਟ੍ਰੀਮ ਮੀਡੀਆ ਹੈ ਉਹ ਇਸ ਗੱਲ ਨੂੰ ਐਪਰੀਸ਼ੀਏਟ ਕਰ ਰਹੀ ਹੈ ਕਿ ਇੱਕ ਡਾਕਟਰ ਜਿਸ ਨੇ ਡਾਕਟਰ ਹੋਣ ਦਾ ਫਰਜ਼ ਜਿਹੜਾ ਉਹ ਪਹਿਲਾਂ ਨਿਭਾਇਆ, ਉਹ ਕਹਿੰਦਾ ਮੈਂ ਦੁਬਾਰਾ ਤੋਂ ਗੁਰਸਿੱਖ ਬਣ ਸਕਦਾ, ਲੇਕਿਨ ਅੱਜ ਮੇਰੀ ਜ਼ਰੂਰਤ ਹੈ ਇਹ ਸਾਰੇ ਪੇਸ਼ੈਂਟਸ ਨੂੰ ਜਿਹੜੇ ਇੱਥੇ ਪਏ ਨੇ। ਪਰ ਦੂਸਰੀ ਵੱਡੀ ਗੱਲ ਜਿਹੜੀ ਅੱਜ ਸਾਡੀ ਕਮਿਊਨਿਟੀ ਹੈ, ਉਹ ਕਮਿਊਨਿਟੀ ਕਹਿ ਰਹੀ ਹੈ ਵੀ ਜ਼ਰੂਰੀ ਨਹੀਂ ਹੈਗਾ। ਉਹ ਕਹਿੰਦੇ ਤੁਸੀਂ ਇਹਨੂੰ ਧਰਮ ਨੂੰ ਵਿੱਚ ਕਿਉਂ ਲੈ ਕੇ ਆ ਰਹੇ ਹੋ? ਧਰਮ ਨੂੰ ਵਿੱਚ ਲਿਆਉਣ ਦਾ ਕੀ ਮਤਲਬ ਹੈ? ਤੁਸੀਂ ਆਪ ਕਹੋ ਵੀ ਮੈਂ ਦਾੜੀ ਮੁੱਛਾਂ ਕਟਵਾਉਣਾ ਚਾਹੁੰਦਾ ਸੀਗਾ ਤੇ ਮੈਂ ਕਟਵਾ ਤੇ, ਮੈਂ ਵਾਲ ਕਟਾਉਣਾ ਚਾਹੁੰਦਾ ਸੀ ਮੈਂ ਕਟਾ ਤੇ। ਧਰਮ ਨੂੰ ਕਿਉਂ ਵਿੱਚ ਲੈ ਕੇ ਆ ਰਹੇ ਹੋ? ਇਹ ਤੁਹਾਡਾ ਪਰਸਨਲ ਡਿਸੀਜਨ ਹੈ। ਤੁਸੀਂ ਇੱਕ ਡਾਕਟਰ ਹੋ, ਯੂ ਆਰ ਗੈਟਿੰਗ ਪੇਡ ਐਂਡ ਉਹਦੇ ਵਾਸਤੇ ਤੁਸੀਂ ਇਹ ਸਾਰਾ ਕੰਮ ਕੀਤਾ, ਨਾ ਕਿ ਤੁਸੀਂ ਧਰਮ ਵਾਸਤੇ ਕੀਤਾ। ਹੁਣ ਇਹਦੇ ਵਿੱਚ ਨਾ ਇੱਕ ਕਮਿਊਨਿਟੀ ਕਹਿ ਰਹੀ ਹੈ you are doing great job, ਦੂਸਰੀ ਕਮਿਊਨਿਟੀ ਕਹਿ ਰਹੀ ਹੈ ਕਿ whatever you are doing ਇਹ ਤੇਰੀ ਆਪਣੀ ਪਰਸਨਲ ਡਿਸੀਜਨ ਹੈ, ਇਹਦੇ ਬਾਰੇ ਧਰਮ ਵਿੱਚ ਨਾ ਲੈ ਕੇ ਆ। ਰਾਈਟ। ਬਹੁਤ ਸਾਰੇ ਹੋਰ ਡਾਕਟਰਸ ਕੰਮ ਕਰ ਰਹੇ ਨੇ। ਸਭ ਤੋਂ ਵੱਡੀ ਪ੍ਰੋਬਲਮ ਪਤਾ ਕਿੱਥੇ ਆਉਣੀ ਹੈ? ਜਦੋਂ ਮੇਨ ਸਟ੍ਰੀਮ ਮੀਡੀਆ ਜਿਹੜਾ ਹੈ, ਮੇਨ ਸਟ੍ਰੀਮ ਲੋਕ ਜਿਹੜੇ ਨੇ ਸਾਡੇ ਆਪਸ ਦੇ ਵਿੱਚ ਤਰੇੜਾਂ ਵੇਖਣਗੇ। ਬਿਲਕੁਲ ਜੀ। ਜਦੋਂ ਉਹਨਾਂ ਨੇ ਦੇਖਣਾ ਵੀ ਜਿਹੜਾ ਇੱਕ ਵਿਅਕਤੀ ਇਹ ਇੰਨਾ ਵਧੀਆ ਕੰਮ ਕਰ ਰਿਹਾ, ਉਹਦੀ ਕਮਿਊਨਿਟੀ ਉਹਨੂੰ ਸਪੋਰਟ ਨਹੀਂ ਕਰ ਰਹੀ, ਉਹਦੀ ਕਮਿਊਨਿਟੀ ਉਹਦੇ ਵਾਸਤੇ ਇਹ ਕਹੀ ਜਾ ਰਹੀ ਹੈ ਵੀ ਯਾਰ ਤੂੰ ਧਰਮ ਦੇ ਨਾਂ ਤੇ ਉਹ ਨਾ ਕਰ। ਧਰਮ ਪਹਿਲਾਂ ਜਾਂ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਅੱਜ ਕੰਮ ਹੈ ਉਹ ਪਹਿਲਾਂ। ਜੇ ਅੱਜ ਸਿੰਪਲੀ ਵੇ ਨਾਲ ਗੱਲ ਕਰਦੇ ਹਾਂ, ਜੇ ਅੱਜ ਮੈਨੂੰ ਕਰੋਨਾ ਵਾਇਰਸ ਹੈ ਨਾ, ਅੱਜ ਮੈਂ ਨਹੀਂ ਵੇਖੂੰਗੀ ਜੇ ਡਾਕਟਰ ਸਲੂਜਾ ਹੋਣਗੇ ਵੀ ਉਹਨਾਂ ਦੇ ਵਾਲ ਰੱਖੇ ਨੇ ਜਾਂ ਨਹੀਂ ਰੱਖੇ। ਅੱਜ ਮੈਂ ਸਿਰਫ ਇਸ ਵਾਸਤੇ ਜਾਊਂਗੀ ਕਿ ਅੱਜ ਇਹ ਮੇਰਾ ਇਲਾਜ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ। 100% yes, definitely yes। ਸੋ ਇਹ ਲੋਕ ਜਿਹੜੇ ਐਡੀਆਂ ਗੱਲਾਂ ਕਰਦੇ ਵੀ ਨੇ, ਬਿਲਕੁਲ ਸਹੀ ਹੈ, ਚਲੋ ਆਪਣੀ ਥਾਂ ਤੇ ਉਹਨਾਂ ਦੇ ਆਪਣੇ ਵਿਊਜ਼ ਨੇ, ਮੈਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੀ ਸੁਖੀ। ਲੇਕਿਨ ਪ੍ਰੋਬਲਮ ਇਹ ਹੈ ਕਿ ਅੱਜ ਇਹ ਡਾਕਟਰਸ ਵਰਗੇ ਜੇ ਸਾਰੇ ਡਾਕਟਰਸ ਆਏ ਸੋਚਣ ਲੱਗੇ ਨਾ, ਬਹੁਤ ਸਾਰੇ ਡਾਕਟਰਸ ਦੀ ਹੋਰ ਕੋਈ ਪ੍ਰੋਬਲਮਸ ਹੋਣੀਆਂ, ਅੱਜ ਡਾਕਟਰ ਨਹੀਂ ਲੱਭਣੇ, ਅੱਜ ਬਹੁਤ ਵੱਡੀ ਪ੍ਰੋਬਲਮ ਹੋ ਜਾਣੀ ਹੈ। ਮੰਨਿਆ ਕਿ ਉਹਨਾਂ ਦਾ ਆਪਣਾ ਡਿਸੀਜ਼ਨ ਹੈ ਬਟ ਮੈਂ ਕਹਿੰਦੀ ਹਾਂ ਵੀ ਜੋ ਵੀ ਉਹਨਾਂ ਨੇ ਡਿਸੀਜ਼ਨ ਲਿਆ ਹੈਗਾ,
ਆਈ ਡੋਂਟ ਥਿੰਕ ਕਿ ਰੱਬ ਉਹਨਾਂ ਨਾਲ ਦੁਖੀ ਹੋਏਗਾ ਇਹ ਕਰਕੇ ਕਿ ਉਹਨਾਂ ਦੇ ਬਾਸ਼ਿੰਦਿਆਂ ਨੂੰ ਬਚਾਉਣ ਦੇ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ। ਯੈਸ, ਐਂਡ ਡੈਫੀਨਿਟਲੀ ਆਪਣੀ ਉਹਨਾਂ ਨੇ ਜਾਨ ਉੱਥੇ ਮੋਰੇ ਰੱਖੀ ਹੋਈ ਹੈ। ਉਹ ਜਿਹਨੇ ਆਪਣੀ ਜਾਨ ਦੀ ਉਹ ਕੁਰਬਾਨੀ ਦੇਣ ਨੂੰ ਤਿਆਰ ਆ, ਤੇ ਇਸ ਤੋਂ ਵੱਡਾ ਮੈਨੂੰ ਨਹੀਂ ਲੱਗਦਾ anything else counters. I don't think it's ਧਰਮ, I don't think it's ਪੈਸਾ, and I think we salute him, and ਕਾਫੀ ਅਸੀਂ ਹਾਂ ਨੈਗੇਟਿਵ ਜਿਹੜੇ ਕਮੈਂਟਸ ਉਹ ਵੀ ਵੇਖਦੇ ਹਾਂ, ਪਰ ਉਨੀ ਪੋਜ਼ਿਟਿਵਸ ਕਮਿਊਨਿਟੀ ਵੱਲੋਂ ਤੇ ਖਾਸ ਕਰਕੇ ਜਿਹੜੇ ਉਹਨਾਂ ਦੇ ਕਾਲੀਗਸ ਆ ਤੇ ਜਿਹੜੇ ਪੇਸ਼ੈਂਟਸ ਆ। ਸੋ ਇਸੇ ਲਾਈਨ ਦੇ ਉੱਤੇ ਅੰਮ੍ਰਿਤ ਆਪਣਾ ਟਾਈਮ ਥੋੜਾ ਰਹਿ ਗਿਆ, ਪਰ ਜਿੱਦਾਂ ਮੈਂ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਸੀਗਾ, we're proud ਕਿ ਸਾਡੇ ਜਿਹੜਾ ਲੋਕਲ ਟੈਲੈਂਟ ਇੱਥੇ ਕਾਫੀ ਆ, ਖਾਸ ਕਰਕੇ ਸਰੀ ਦੇ ਵਿੱਚ। ਇੱਕ ਡਾਇਰੈਕਟਰ ਤੇ ਪ੍ਰੋਡਿਊਸਰ ਇੰਦਰਜੀਤ ਸਿੰਘ ਬੇਨਸ, ਆਪਾਂ ਕਾਫੀ ਉਹਨਾਂ ਨੂੰ ਵੇਖਿਆ ਆ ਮਿਊਜ਼ਿਕ ਤੇ, ਕਾਫੀ ਉਹਨਾਂ ਦਾ ਪਿੱਛੇ ਵੱਡਾ ਹੱਥ ਆ। ਜੈਜ਼ੀ ਬੀਜ਼ ਨੂੰ ਉਹਨਾਂ ਨੇ ਪਹਿਲਾਂ ਲਾਂਚ ਇੱਥੇ ਕੀਤਾ ਸੀਗਾ, ਐਂਡ ਉਹਨਾਂ ਨੇ ਰਾਤੀ ਇੱਕ ਮੈਨੂੰ ਵੀਡੀਓ ਭੇਜੀ, ਤੇ ਇਟਸ 5 ਮਿੰਟ ਸ਼ੋਰਟ ਵੀਡੀਓ। ਕਈ ਵਾਰੀ ਆਪਣੇ ਕੋਲ ਟਾਈਮ ਹੀ ਨਹੀਂ ਹੁੰਦਾ ਕਿ ਆਪਾਂ 2 ਮਿੰਟ ਤੋਂ ਵੱਧ ਕੋਈ ਵੀ ਵੀਡੀਓ ਦੇਖੀ, 30 ਸਕਿੰਟ ਅੱਜ ਕੱਲ੍ਹ, ਪਰ ਇੱਕ ਇਹੋ ਜਿਹੀ ਵੀਡੀਓ ਆ ਜਿਹੜੀ ਮੈਨੂੰ ਆਪ ਬਹੁਤ ਪਸੰਦ ਆਈ ਆ। ਇਹਦੇ ਵਿੱਚ ਸਾਡੇ ਲੋਕਲ ਐਕਟਰਸ ਨੇ, ਬਿੱਲਾ ਤੱਖਰ, ਰੋਬਿਨ ਜਵਾਂਡਾ ਐਂਡ ਕਮਲ ਸਿੱਧੂ, they're both good friends of mine, and ਇੰਦਰਜੀਤ ਬੈਂਸ ਆਪ ਵੀ ਆ ਬੀ ਬਲਾਕ ਮੀਡੀਆ ਵੱਲੋਂ ਤੇ ਗੁਰਗਾਉਂ ਫਾਊਂਡੇਸ਼ਨ ਵੱਲੋਂ ਇਹ ਜਿਹੜੀ ਵੀਡੀਓ ਰਿਲੀਜ਼ ਕੀਤੀ ਗਈ ਆ ਕੱਲ੍ਹ। ਐਂਡ ਇਹ ਸਲੂਟ ਆ ਸਾਡੇ ਜਿਹੜੇ ਬਲੂ ਕਾਲਰ ਭੈਣ ਭਰਾ ਆ, ਜਿਹੜੇ ਇਸ ਵੇਲੇ ਫਰੰਟ ਲਾਈਨ ਹੀਰੋਜ਼ ਆ, ਜਿਹਨਾਂ ਨੇ ਰੋਜ਼ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਤੇ ਇੱਥੇ ਜਾਂਦੇ ਆਪਣੇ ਫੈਮਲੀਜ਼ ਤੋਂ ਅਲੱਗ ਰਹਿ ਰਹੇ ਆ। ਆਪਾਂ ਨੂੰ ਨਹੀਂ ਪਤਾ ਵੀ ਉਹਨਾਂ ਦੇ ਹਾਲਾਤ ਕੀ ਆ, we can only imagine, and you know we thank them for everything they're doing. So ਜਾਂਦੇ ਹੋਏ ਆਪਾਂ ਜੇ ਇਹ ਵੀਡੀਓ ਦੇ ਮੇਰੇ ਖਿਆਲ ਐਕਚੁਅਲੀ ਆਪਣੇ ਪੂਰੀ ਵੀਡੀਓ ਜਿਹੜੀ 5 ਮਿੰਟਾਂ ਦੀ ਆ ਇਹ ਏਅਰ ਕਰੀਏ, YouTube ਤੇ ਵੀ ਤੁਹਾਨੂੰ ਦੇਖਣ ਨੂੰ ਮਿਲੂਗੀ। So if you want to go back you can definitely find it, and it's called Coronavirus Frontline Warriors. So weekend ਆ ਗਿਆ, Mother's Day long weekend. I wish you a very happy Mother's Day. And same to you, Sukhi. Thank you so much. ਆਪਾਂ Monday ਨੂੰ ਮਿਲਦੇ ਹਾਂ, same time same place. ਬਿਲਕੁਲ ਜੀ, ਬਿਲਕੁਲ, ਧੰਨਵਾਦ। Thank you, Amrit. Thank you. So again, leaving you with this video, Frontline Warriors, ਸਾਡੀ ਪੂਰੀ ਟੀਮ ਵੱਲੋਂ ਜਿੰਨੇ ਵੀ ਸਾਡੇ Frontline Warriors ਹੈ, salute ਹੈ ਸਾਡੇ ਵੱਲੋਂ। Thank you for all your hard work. We hope you enjoy this film. ਤੇ ਆਪਾਂ ਮਿਲਦੇ ਹਾਂ ਕੱਲ੍ਹ ਨੂੰ, actually Monday. So have a great Mother's Day weekend, and we'll be back Friday with another new episode of The Morning Show. Monday ਤਾਈ ਤੁਹਾਡੀ ਆਪਣੀ ਸੁੱਖੀ ਵੱਲੋਂ ਤੁਹਾਨੂੰ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।